ਪੰਜਾਬੀ ਗਾਇਕੀ ਦੇ ਵੇੜੇ ਬਹੁਤ ਕਲਾਕਾਰ ਆਏ, ਬਹੁਤ ਕਲਾਕਾਰਾਂ ਦਾ ਨਾਮ ਇਸ ਟਾਈਮ ਗੂੰਜ ਰਿਹਾ। ਕਰਤਾਰ ਰਮਲਾ ਜੀ ਦਾ ਸਾਡੇ ਨਾਲ ਮੌਜੂਦ ਨੇ ਮੈਂਡੀ ਸੰਧੂ ਜੀ। ਜ਼ਿੰਦਗੀ ਦੇ ਗਹਿਣੇ ਨੇ ਦੁੱਖ ਤੇ ਸੁੱਖ। ਐਗਜ਼ੈਕਟਲੀ। ਭੈਣਾਂ ਦੋ ਭੈਣਾਂ ਨੇਗੀਆਂ, ਕਦੇ ਉਹ ਪੇਕੇ ਆਉਂਦੀ ਹੈ, ਕਦੇ ਉਹ ਪੇਕੇ ਆਉਂਦੀ ਜਿਹੜੀ ਹੈ। ਮਰਜ਼ੀ ਪੇਕੇ ਆਵੇ ਸਹੁਰੇ ਜਾਵੇ, ਬਸ ਜ਼ਿੰਦਗੀ ਕੱਟਣੀ ਪੈਂਦੀ ਹੈ, ਕੱਟਣੀ ਪੈਂਦੀ ਹੈ। ਜ਼ਿੰਦਗੀ ਕੱਟਣੀ ਨਹੀਂ ਪੈਂਦੀ, ਜ਼ਿੰਦਗੀ ਜਿਉਣੀ ਪੈਂਦੀ ਹੈ। ਜੇ ਉਹ ਕੱਟਣੀ ਦਾ ਮਤਲਬ ਔਰ ਜਿਉਣੀ, ਮੈਂ ਵੀ ਤੁਹਾਡੀ ਗੱਲ ਕੱਟ ਹੀ ਰਹੀ ਹਾਂ। ਜੀ ਜੀ। ਜੇ ਤੁਸੀਂ ਮੇਰੇ ਪਾਪਾ ਦੀ ਗੱਲ ਕਰੋ ਤਾਂ ਤੁੰਬੀ ਦਾ ਬਾਦਸ਼ਾਹ ਸੀ। ਤੁੰਬੀ ਇੱਕ ਲੱਕੜ ਤੋਂ ਉਹਨੇ ਮਹਿਲ ਖੜੇ ਕਰਤੇ। ਕੀ ਬਾਤ ਹੈ। ਨੈਕਸਟ ਅੱਗੇ ਜਾਣ ਤੋਂ ਪਹਿਲਾਂ ਦੋ ਬੋਲ ਕੋਈ ਵੀ ਤੁਹਾਡੇ ਪਾਪਾ ਦੇ ਤੁਹਾਡੇ ਮੂੰਹੋਂ ਸੁਣਨਾ ਚਾਹਾਂਗੇ। ਬੇਬੇ ਫਿਰਦੀ ਏ ਕਾਲਜੋਂ ਹਟਾਉਣ ਨੂੰ, ਮੇਰੇ ਵੀਰ ਮੈਨੂੰ ਕਹਿੰਦੇ ਨੇ ਪੜਾਉਣ ਨੂੰ। ਬੇਬੇ ਫਿਰਦੀ ਏ ਕਾਲਜੋਂ ਹਟਾਉਣ ਨੂੰ, ਮੇਰੇ ਵੀਰ ਮੈਨੂੰ ਕਹਿੰਦੇ ਨੇ ਪੜਾਉਣ ਨੂੰ। ਭਾਬੀ ਸੁਣ ਕੇ ਨਤੀਜਾ ਮੇਰਾ ਲੜ ਪਈ ਤੇ ਚਿੱਤ ਵੀ ਨਿਰਾਸ਼ ਹੋ ਗਿਆ। ਹੋ ਗਈ ਫੇਰ ਮੈਂ +2 ਚ ਚੰਨਾ ਕਿਹੜਾ ਡੀਸੀ ਲੱਗ ਗਿਆ। ਕੀ ਬਾਤ। मेरी ऊंची कुर्ती ढाका की ग्याले गिर जान जवाका की। हाँ, मेरी ऊंची कुर्ती ढाका की ग्याले गिर जान जवाका की। बुल्ले शाह जी ने गल की है कुत्ते सब तो उत्ते। ਮੁਹੱਬਤ ਐਸੀ ਚੀਜ਼ ਹੈ ਸਾਰੇ ਡਰ ਮਿਟਾ ਦਿੰਦੀ ਹੈ। ਉਹਨਾਂ ਨੂੰ ਵੀ ਪਤਾ ਹੁੰਦਾ ਕਿ ਮੈਨੂੰ ਪਿਆਰ ਨਾਲ ਹੀ ਟੱਚ ਕਰੀ ਹੈ। ਜੰਗਲੀ ਤੋਂ ਜੰਗਲੀ ਜਾਨਵਰ ਨੂੰ ਵੀ ਮੈਂ ਚੱਕ ਕੇ ਇਲਾਜ ਕਰਾ ਚੁੱਕੀ ਹਾਂ। ਮੈਂ ਪਿੱਛੇ ਜੇ ਦੇਖਿਆ ਸੀ ਤੁਹਾਡੀ ਰਣਜੀਤ ਕੌਰ ਹੈ, ਉਹਨਾਂ ਨੂੰ ਮੇਰੇ ਖਿਆਲ ਭਾਬੀ ਕਹਿੰਦੇ ਆ, ਕਿਹੜੀ ਕਹਿੰਦੇ ਆ ਮੈਨੂੰ ਨਹੀਂ ਪਤਾ। ਚੁੰਮਿਆਂ ਵਾਲੀ ਜੀ। ਤੁਹਾਡੇ ਤੱਕ ਪਹੁੰਚੇ ਨਹੀਂ ਨਾ ਚੁੰਮੇ, ਤਾਂ ਕਰਕੇ ਤੁਹਾਨੂੰ ਨਾਮ ਹੀ ਨਹੀਂ ਪਤਾ। ਨਹੀਂ, ਤੁਸੀਂ ਵਿਆਹ ਕਰਵਾ ਲਿਆ? ਤੁਸੀਂ ਮੇਰੇ ਹੱਥ 'ਚ ਚੂੜਾ ਦੇਖਿਆ? ਨਹੀਂ ਦੇਖਿਆ ਤਾਂ ਨਹੀਂ। ਮੈਂ ਅੱਜ ਤੱਕ ਪਾਇਆ ਹੀ ਨਹੀਂ ਜੀ। ਮੈਂਡੀ ਜੀ ਵਿਆਹ ਬਾਰੇ ਕੀ ਖਿਆਲ ਹੈ? ਕਿਹਦੇ ਨਾਲ? ਕਿਸੇ ਮੁੰਡੇ ਨਾਲ? ਕਿਉਂ? ਇਹ ਜ਼ਰੂਰੀ ਕਿਉਂ? ਕਾਰਨ ਜਿਨ੍ਹਾਂ ਦੇ ਆਪਣੇ ਘਰ ਉੱਜੜ ਗਏ, ਆਮ ਸੌਰੀ ਟੂ ਸੇ, ਉਹਨਾਂ ਦੇ ਘਰ ਆਪਣੇ ਵਸੇ ਨਹੀਂ, ਲੇਕਿਨ ਮੇਰਾ ਘਰ ਵਸਾਉਣਾ ਚਾਹੁੰਦੇ। ਉਹਨਾਂ ਨੂੰ ਦੇਖ ਕੇ ਮੈਨੂੰ ਵਧੀਆ ਅਕਲ ਆਈ ਕਿ ਵਿਆਹ ਨਹੀਂ ਬੰਦੇ ਨੂੰ ਕਰਾਉਣਾ ਚਾਹੀਦਾ। ਮੇਰੇ ਲਈ ਰਿਸ਼ਤੇ ਲੈ ਕੇ ਮੇਰੇ ਪਿੱਛੇ ਫਿਰੀ ਜਾਂਦੇ ਕਈ ਲੋਕ, ਤਾਂ ਕਰਾਓ ਜੀ ਕਰਾਓ। ਮੈਨੂੰ ਜਿਮ ਜਾਨੀ ਟਾਰਗੇਟ ਕਰ ਲੈਂਦੇ। ਨਹੀਂ ਤੂੰ ਪਹਿਲੇ ਸ਼ਾਦੀ कराएगी ਮੈਂਡੀ। ਨਹੀਂ तेरी तो शादी होके रहेगी। ਲੈ कोई अच्छा मिलेगा तो हम तेरी शादी जरूर कराएंगे। ਇਹ ਤੁਸੀਂ ਨਹੀਂ ਤੈਅ ਕਰਨਾ ਜੀ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਆਰਡੀ ਬੱਬੀ। ਪੰਜਾਬੀ ਗਾਇਕੀ ਦੇ ਵੇੜੇ ਬਹੁਤ ਕਲਾਕਾਰ ਆਏ, ਬਹੁਤ ਕਲਾਕਾਰਾਂ ਦਾ ਨਾਮ ਇਸ ਟਾਈਮ ਗੂੰਜ ਰਿਹਾ ਤੇ ਕੁਝ ਬੜੀ ਛੇਤੀ ਧੂਮਰ ਹੋ ਜਾਂਦੇ ਆ। ਲੇਕਿਨ ਜਿਹੜੇ ਹਮੇਸ਼ਾ ਹੀ ਸਾਡੇ ਪੰਜਾਬੀ ਗਾਇਕੀ ਦੇ ਵੇੜੇ ਨੂੰ ਰਚਨਾਉਂਦੇ ਨੇ, ਚਾਰ ਚੰਨ ਲਾਉਂਦੇ ਨੇ, ਉਹਨਾਂ ਦੇ ਵਿੱਚੋਂ ਇੱਕ ਬੜਾ ਫੇਮਸ, ਬੜਾ ਮਸ਼ਹੂਰ ਨਾਮ ਹੈ ਕਰਤਾਰ ਰਮਲਾ ਜੀ ਦਾ, ਜਿਨ੍ਹਾਂ ਨੇ ਪੰਜਾਬੀ ਗਾਇਕੀ ਦੇ ਵਿੱਚ, ਪੰਜਾਬੀ ਦੇ ਅੰਬਰ ਦੇ ਵਿੱਚ ਬੜਾ ਨਾਮ ਚਮਕਾਇਆ। ਬੜੀ ਲੰਮੇ ਦੇਰ ਪੰਜਾਬੀ ਸਰੋਤਿਆਂ ਦੇ ਉੱਪਰ ਰਾਜ ਕੀਤਾ। ਸੋ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਅੱਜ ਸਾਡੇ ਨਾਲ ਮੌਜੂਦ ਨੇ ਮੈਂਡੀ ਸੰਧੂ ਜੀ। ਸਤਿ ਸ਼੍ਰੀ ਅਕਾਲ ਮੈਂਡੀ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਤੁਹਾਡੀ ਆਪਣੀ ਮੈਂਡੀ ਸੰਧੂ ਤੇ ਪੰਜਾਬ ਸਕਾਈ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ, ਦਰਸ਼ਕਾਂ ਨੂੰ, ਵਿਊਵਰਸ ਨੂੰ, ਫਾਲੋਅਰਸ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂਡੀ ਜੀ, ਕਿਸ ਤਰ੍ਹਾਂ ਚੱਲ ਰਹੀ ਹੈ ਜ਼ਿੰਦਗੀ? ਜਿਵੇਂ ਤੁਹਾਡੀ ਚੱਲ ਰਹੀ ਹੈ। ਵਾਹ ਜੀ ਵਾਹ। ਕਦੀ ਹੱਸਣਾ, ਕਦੀ ਦੁੱਖ, ਕਦੀ ਸੁੱਖ। ਚਲਤੀ ਦਾ ਨਾਮ ਗਾੜੀ ਹੈ ਤੇ ਜ਼ਿੰਦਗੀ ਦਾ ਨਾਮ ਅਪਸ ਐਂਡ ਡਾਊਨਸ ਨਾਲ ਭਰਿਆ ਹੁੰਦਾ। criticize ends in graveyards, criticize and struggle ends in graveyards। ਇਹ ਜਿਹੜਾ criticize ਤੇ struggle ਹੈ ਨਾ, ਇਹ ਜਿਹੜਾ ਐਂਡ ਹੁੰਦਾ ਨਾ, ਇਹ ਜਾ ਕੇ ਮੜੀਆਂ 'ਚ ਹੀ ਹੁੰਦਾ। ਸੋ ਇਹ ਚੱਲਦੇ ਰਹਿਣਾ। ਜ਼ਿੰਦਗੀ ਦੇ ਗਹਿਣੇ ਨੇ ਦੁੱਖ ਤੇ ਸੁੱਖ। ਐਗਜ਼ੈਕਟਲੀ। ਦੋ ਭੈਣਾਂ ਨੇਗੀਆਂ, ਕਦੇ ਉਹ ਪੇਕੇ ਆਉਂਦੀ ਹੈ, ਕਦੇ ਉਹ ਪੇਕੇ ਆਉਂਦੀ ਹੈ। ਜਿਹੜੀ ਮਰਜ਼ੀ ਪੇਕੇ ਆਵੇ ਸਹੁਰੇ ਜਾਵੇ, ਬਸ ਜ਼ਿੰਦਗੀ ਕੱਟਣੀ ਪੈਂਦੀ ਹੈ, ਕੱਟਣੀ ਪੈਂਦੀ ਹੈ। ਔਰ ਟਾਈਮ ਹੀਲਸ। ਹੌਲੀ ਹੌਲੀ ਵਕਤ ਦੇ ਨਾਲ ਤੁਸੀਂ ਆਪਣੀ ਹਰ ਚੀਜ਼ ਨੂੰ ਹੈਂਡਲ ਕਰਨਾ ਸ਼ੁਰੂ ਕਰ ਦਿੰਦੇ ਹੋ। ਮੈਂ ਕਿਤੇ ਨਾ ਕਿਤੇ ਤੁਹਾਡੀ ਗੱਲ ਨੂੰ ਟੋਕੂੰਗਾ ਵੀ ਜ਼ਿੰਦਗੀ ਕੱਟਣੀ ਨਹੀਂ ਪੈਂਦੀ, ਜ਼ਿੰਦਗੀ ਜਿਉਣੀ ਪੈਂਦੀ ਹੈ। ਜੇ ਉਹ ਕੱਟਣੀ ਦਾ ਮਤਲਬ ਔਰ ਜਿਉਣੀ, ਮੈਂ ਵੀ ਤੁਹਾਡੀ ਗੱਲ ਕੱਟ ਹੀ ਰਹੀ ਹਾਂ। ਜੀ ਜੀ। ਜਿਉਣੀ ਪੈਂਦੀ ਹੈ ਜੇ ਤੁਹਾਨੂੰ ਸਟਰਗਲ ਨਹੀਂ ਹੈ ਜੀ। ਕੱਟਣੀ ਪੈਂਦੀ ਹੈ ਜੇ ਤੁਸੀਂ ਹਰ ਚੀਜ਼ ਲਈ ਐਫਰਟਸ ਕਰ ਰਹੇ ਹੋ। ਜੀ। ਦਿਸ ਇਜ਼ ਦ ਰਾਈਟ ਆਨਸਰ। ਪਰ ਤੁਸੀਂ ਇਸ ਤਰ੍ਹਾਂ ਦੇ ਪਰਿਵਾਰ ਦੇ ਵਿੱਚ ਜਨਮੇ ਹੋ ਜਿੱਥੇ ਸ਼ਾਇਦ ਮੈਨੂੰ ਨਹੀਂ ਲੱਗਦਾ ਵੀ ਤੁਹਾਨੂੰ ਕਦੇ ਪੈਸੇ ਦੀ ਦਿੱਕਤ ਆਈ ਹੋਣੀ ਹੈ, ਕਦੀ ਮਤਲਬ ਕਿਸੇ ਚੀਜ਼ ਵੱਲ ਤੁਸੀਂ ਉਂਗਲ ਕੀਤੀ ਹੋਣੀ ਹੈ ਤੇ ਸ਼ਾਇਦ ਪਾਪਾ ਨੇ ਨਾ ਲੈ ਕੇ ਦਿੱਤੀ ਹੋਵੇ। ਮੈਂ ਬਹੁਤ ਧੰਨਵਾਦੀ ਹਾਂ ਆਪਣੇ ਪਾਪਾ ਦੀ, ਆਪਣੇ ਮੰਮਾ ਦੀ। ਸਾਨੂੰ ਅੱਜ ਤੱਕ ਕਿਸੇ ਚੀਜ਼ ਦੀ ਕੋਈ ਥੋੜ ਨਹੀਂ ਆਈ, ਕੋਈ ਕਮੀ ਨਹੀਂ ਆਈ। ਅਸੀਂ ਜਿਹੜੀ ਚੀਜ਼ ਮੰਗੀ ਹੈ ਸਾਨੂੰ ਮਿਲੀ ਹੈ। ਲੇਕਿਨ ਸਟਰਗਲ ਸਾਡੇ ਪੇਰੈਂਟਸ ਨੇ ਵੀ ਕੀਤਾ। ਕਦੇ ਉਹਨਾਂ ਨੇ ਵੀ ਸਾਨੂੰ ਕਿਹਾ ਹੋਊਗਾ ਕਿ ਇਹ ਚੀਜ਼ ਮਿਲੂਗੀ, ਥੋੜੇ ਦਿਨ ਰੁਕ ਜਾਓ। ਅਸੀਂ ਵੀ ਸਟਰਗਲ ਕਰਨੇ ਆ। ਜਿਹੜੀ ਚੀਜ਼ ਸਾਨੂੰ ਪਸੰਦ ਹੁੰਦੀ ਹੈ ਅਸੀਂ ਲੈਣੇ ਆ, ਲੇਕਿਨ ਲੇਟਰ ਔਨ। ਪਰ ਮੈਂ ਇੱਕ ਗੱਲ ਸੱਚਾਈ ਦੱਸਣਾ ਚਾਹੂੰਗੀ, ਸਾਨੂੰ ਰੱਬ ਨੇ ਕਰਜ਼ ਮੁਕਤ ਰੱਖਿਆ ਹੋਇਆ, ਰੋਗ ਮੁਕਤ ਰੱਖਿਆ ਹੋਇਆ। ਇਦੋਂ ਵੱਡੀ ਕੋਈ ਦੌਲਤ ਨਹੀਂ। ਬੰਦਾ ਤੁਰਦਾ ਫਿਰਦਾ ਰਵੇ, ਆਪਣੇ ਹੱਥੀਂ ਕਿਰਤ ਕਰਦਾ ਰਵੇ, ਇਦੋਂ ਵਧੀਆ ਕੋਈ ਦੌਲਤ ਨਹੀਂ। ਪਰ ਗੱਲ ਲੰਬੀ ਹੋ ਜੂਗੀ, ਪਰ ਮੈਂ ਕਰਨਾ ਚਾਹੁੰਦੀ ਹਾਂ। ਆਈ ਵਾਂਟ ਟੂ ਕਨਫੈਸ, ਮੋਸਟ ਆਫ ਦਾ ਸਿੰਗਰਸ ਦਾ ਜਿਹੜਾ ਸਟੈਂਡਰਡ ਤੇ ਸਟੇਟਸ ਬਣਿਆ ਹੋਇਆ ਨਾ ਟਿਲ ਟੂਡੇ, ਕਾਫੀ ਹੱਦ ਤੱਕ ਉਹ ਵੱਡੇ, ਕਿਉਂਕਿ ਨਾਮ ਵੱਡਾ ਹੋ ਜਾਂਦਾ, ਸਟੇਟਸ ਵੱਡਾ ਹੋ ਜਾਂਦਾ, ਅੱਧੀਆਂ ਚੀਜ਼ਾਂ ਉਹ ਬਾਈ ਨਹੀਂ ਕਰ ਸਕਦੇ ਕਿਉਂਕਿ ਖਰਚੇ ਬਹੁਤ ਨੇ, ਕੰਪਨੀਆਂ ਨਾਲ ਬੌਂਡ ਨੇ। ਉਹਨਾਂ ਨੂੰ ਹਰ ਚੀਜ਼ ਲੋਨ ਤੇ ਲੈਣੀ ਪੈਂਦੀ ਹੈ। ਉਹ ਲੋਨ ਚੁਕਤਾ ਕਰਦੇ ਆ
ਜੀ। ਜੇ ਕੋਈ ਪ੍ਰੋਗਰਾਮ ਸ਼ੋ ਉਹਨਾਂ ਦਾ ਨਹੀਂ ਹੋਇਆ ਤਾਂ ਉਹ ਲੋਨ ਨਹੀਂ ਲਾ ਪਾਉਂਦੇ, ਫਿਰ ਉਹ ਚੀਜ਼ ਨੂੰ ਵੇਚਣਾ ਪੈਂਦਾ। ਉਹਨਾਂ ਕੁ ਰੱਖੋ ਜਿੰਨਾ ਕੁ ਤੁਸੀਂ ਅਫੋਰਡ ਕਰਦੇ ਹੋ। ਆਪਾਂ ਨੂੰ ਲੋਕ ਦਿਖਾਵੇ ਦੇ ਵਿੱਚ ਆਪਣੀ ਮਿੱਟੀ ਨਹੀਂ ਪਲੀਤ ਕਰਨੀ ਚਾਹੀਦੀ ਜਾਂ ਆਪਣੇ ਆਪ ਨੂੰ ਕਸ਼ਟ 'ਚ ਨਹੀਂ ਪਾਉਣਾ ਚਾਹੀਦਾ। ਉਨੀ ਕੁ ਲਗਜ਼ਰੀ ਲਾਈਫ 'ਚ ਰਹੋ ਜਿਹਨੂੰ ਤੁਸੀਂ ਸਕੂਨ ਨਾਲ ਰਹਿ ਸਕੋ, ਬੋਝ ਨਾਲ ਨਹੀਂ। ਮੈਨੂੰ ਲੱਗਦਾ ਵੀ ਜਿਸ ਤਰ੍ਹਾਂ ਦੀਆਂ ਸੱਚੀਆਂ ਗੱਲਾਂ ਤੁਸੀਂ ਕਰ ਰਹੇ ਹੋ, ਇਹ ਗੱਲਾਂ ਦੇ ਉੱਤੋਂ ਬਹੁਤ ਕਲਾਕਾਰਾਂ ਨੂੰ ਇਹ ਵੀ ਲੱਗੂਗਾ ਮੈਂਡੀ ਕੀ ਕਹਿ ਰਹੀ ਆ। ਜੇ ਉਹਨਾਂ ਦੀ ਸੱਚਾਈ ਆਪਾਂ ਦੱਸਦੀ, ਉਹਨਾਂ ਨੂੰ ਅਗਰ ਬੁਰਾ ਲੱਗ ਰਿਹਾ, ਉਹਦੇ ਲਈ ਮੈਂ ਸਭ ਤੋਂ ਪਹਿਲਾਂ क्षमा याचना ਮਾਫੀ ਮੰਗਦੀ ਹਾਂ। ਜੀ। ਪਰ ਸੱਚ ਰਿਐਲਿਟੀ ਅਗਰ ਤੁਸੀਂ ਡੈਪਥ 'ਚ ਜਾਓਗੇ ਤਾਂ ਇਹ ਰਿਐਲਿਟੀ ਹੈ। ਸਾਰੇ ਸਿੰਗਰਸ ਘਰੋਂ ਅਮੀਰ ਨਹੀਂ ਹੈਗੇ। ਜੇ ਤੁਸੀਂ ਮੇਰੇ ਪਾਪਾ ਦੀ ਗੱਲ ਕਰੋ ਤਾਂ ਤੁੰਬੀ ਦਾ ਬਾਦਸ਼ਾਹ ਸੀ। ਤੁੰਬੀ ਇੱਕ ਲੱਕੜ ਤੋਂ ਉਹਨੇ ਮਹਿਲ ਖੜੇ ਕਰਤੇ। ਕੀ ਬਾਤ ਹੈ। ਤਾਂ ਇਸ ਕਰਕੇ ਕਿਰਤ ਤੇ ਬਹੁਤ ਨਿਰਭਰ ਕਰਦਾ ਤੁਹਾਡਾ। ਇਹ ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਹਰ ਚੀਜ਼ ਤੁਸੀਂ ਫੋਰਚੂਨਰ ਲੈਣੀ ਹੈ ਤੇ ਫੋਰਚੂਨਰ ਲਾਈਫ ਪਹਿਲਾਂ ਬਣ ਜਾਓ, ਲੈ ਲਓ। ਬਟ ਤੁਸੀਂ ਕਰਜ਼ੇ 'ਚ ਪੈ ਕੇ ਲੈ ਰਹੇ ਹੋ, ਕਿਸ਼ਤਾਂ ਤੇ ਲੈ ਰਹੇ ਹੋ। ਮੈਂ ਨਹੀਂ ਕਹਿੰਦੀ ਅੱਜ ਕੱਲ EMI ਦਾ ਯੁੱਗ ਹੈ, ਲੋਕ ਆਪਣਾ ਸਿਬਲ ਵੀ ਕ੍ਰੀਏਟ ਕਰਦੇ ਆ। ਆਰਡੀ ਜੀ ਸਿਬਲ ਵੀ ਕਰਦੇ ਆ, ਉਹਦੇ ਲਈ ਮੈਂ ਨਹੀਂ ਕਹਿ ਰਹੀ। ਬਟ ਅਗਰ ਤੁਸੀਂ ਆਪਣੀ ਕੈਪੈਸਿਟੀ ਨੂੰ ਦੇਖ ਕੇ ਚੱਲੋਗੇ ਤਾਂ ਬੈਟਰ ਰਹੋਗੇ। ਨਹੀਂ ਤਾਂ ਸਾਰੀ ਜ਼ਿੰਦਗੀ ਤੁਸੀਂ ਆਪਣੇ ਬੱਚਿਆਂ ਦਾ ਕੁਝ ਨਹੀਂ ਕਰ ਸਕਦੇ। ਤੁਸੀਂ ਸਟੇਟਸ ਔਨ ਵੀਲ ਨਾ ਦੇਖੋ, ਇਹ ਦੇਖੋ ਤੁਹਾਡੀ ਲਾਈਫ 'ਚ ਕੋਈ ਕਰਜ਼ਾ ਨਾ ਹੋਵੇ, ਤੁਹਾਡੇ ਬੱਚੇ ਖੁਸ਼ ਨੇ, ਪੜ੍ਹ ਰਹੇ ਨੇ, ਤੁਹਾਡੇ ਬੱਚਿਆਂ ਦੀ ਕੁਆਲੀਫਿਕੇਸ਼ਨ 'ਚ ਘਾਟ ਨਹੀਂ ਹੋਣੀ ਚਾਹੀਦੀ। ਕਾਰ ਦੀ ਕਿਸ਼ਤ ਦੀ ਫਿਕਰ ਹੈ, ਬੱਚਿਆਂ ਦੀ ਸਕੂਲ ਫੀਸ ਭਾਵੇਂ ਰਹਿਣ ਦਿਓ। ਇਸ ਕਰਕੇ ਸਟੇਟਸ ਨੂੰ ਅਕੋਰਡਿੰਗ ਟੂ ਦਾ ਪਾਕਟ ਚੱਲੋ, ਮੇਰਾ ਮੰਨਣਾ ਹੈ। ਜੀ। ਤੁਸੀਂ ਇਸ ਤਰ੍ਹਾਂ ਦੀ ਫੈਮਿਲੀ ਦੇ ਵਿੱਚੋਂ ਜਨਮੇ ਪਲੇ ਜਿੱਥੇ ਸੰਗੀਤਕ ਦੀ ਜਿਹੜੀ ਗੁੜਤੀ ਆ ਤੁਹਾਨੂੰ ਬਚਪਨ ਤੋਂ ਮਿਲੀ ਜੀ, ਤੇ ਉਸ ਤੋਂ ਬਾਅਦ ਮਤਲਬ ਕਿਸ ਤਰ੍ਹਾਂ ਦਾ ਮਾਹੌਲ ਸੀਗਾ ਪਰਿਵਾਰ ਦੇ ਵਿੱਚ? ਤੁਹਾਡਾ ਬਚਪਨ ਦਾ ਕੋਈ ਯਾਦ ਸਾਡੇ ਨਾਲ ਜ਼ਰੂਰ ਸਾਂਝੀ ਕਰੋ। ਮੈਂ ਕਰਨਾ ਚਾਹੂੰਗੀ ਕਿਉਂਕਿ ਮੇਰੇ ਪਾਪਾ, ਅਸੀਂ ਨਾ ਜਦੋਂ ਸੁੱਤੇ ਹੋਣਾ ਕਦੇ 4 ਵਜੇ, ਅਰਲੀ ਮਾਰਨਿੰਗ 5 ਵਜੇ ਪਾਪਾ ਨੇ ਲਾ ਦੇਣਾ ਗਿਣ ਤਾਰੇ ਸੱਪਾਂ ਵਾਂਗੂ ਜੀ। ਡੰਗ ਦੀਆਂ ਰਾਤਾਂ। ਉਸਤਾਦ ਨੁਸਰਤ ਫਤਿਹ ਅਲੀ ਖਾਨ ਸਾਹਿਬ ਜੀ ਦੇ ਗਾਣਾ ਪਾਪਾ ਬਹੁਤ ਸੁਣਦੇ ਸੀਗੇ। ਆਸ਼ਾ ਭੋਸਲੇ ਜੀ ਨੂੰ ਬਹੁਤ ਸੁਣਦੇ ਸੀਗੇ। ਅਸੀਂ ਜਦੋਂ ਸਵੇਰੇ ਉੱਠਦੇ ਸੀ ਨਾ, ਇੱਕ ਸਟੋਰੀ ਚੱਲ ਰਹੀ ਹੁੰਦੀ ਸੀਗੀ, ਖਾਨ ਸਾਹਿਬ ਦੇ ਗਾਣੇ ਚੱਲ ਰਹੇ ਨੇ। ਅਸੀਂ ਇਮੇਜਿਨ ਕਰਕੇ ਜਦੋਂ ਉੱਠਣਾ ਨਾ, ਉਹ ਚੀਜ਼ ਕੰਨਾਂ 'ਚ ਪੈਂਦੀ ਰਹੀ। ਪਾਪਾ ਨੂੰ ਰਿਆਜ਼ ਕਰਦੇ ਦੇਖਿਓ, ਕੰਨਾਂ 'ਚ ਪੈਂਦੀ ਰਹੀ। ਬਚਪਨ 'ਚ ਸਾਡਾ ਚਿੜੀਆਂ ਦਾ ਚੰਬਾ ਵੇ, ਪਾਪਾ ਨੇ ਹਾਰਮੋਨੀਅਮ ਤੇ ਵਜਾਉਣਾ ਸੀ ਗਾਣਾ, ਤਾਂ ਉਹਨਾਂ ਨੇ ਰੋਣ ਲੱਗ ਜਾਣਾ, ਇਮੋਸ਼ਨਲ ਹੋ ਜਾਣਾ ਵੀ ਮੇਰੀਆਂ ਕੁੜੀਆਂ ਨੇ, ਹੈਨਾ। ਮਤਲਬ ਅਸੀਂ ਗੁੜਤੀ ਕਹਿ ਲਓ ਕਿ ਸੰਗੀਤ ਪਾਪਾ ਨੂੰ ਦੇਖ ਕੇ ਕਹਿ ਲਓ, ਮੰਮੀ MA ਮਿਊਜ਼ਿਕ ਨੇ, ਉਹਨਾਂ ਨੂੰ ਦੇਖ ਕੇ ਕਹਿ ਲਓ, ਇਹ ਸਾਨੂੰ ਵਿਰਾਸਤ 'ਚ ਹੀ ਮਿਲ ਗਿਆ। ਵਾਹ ਜੀ। ਇਹ ਸਭ ਕੁਝ ਵਿਰਾਸਤੀ ਹੈ। ਕੁਝ ਵੀ ਅਸੀਂ ਸਿੱਖਿਆ ਨਹੀਂ, ਸਿੱਖਦੇ ਰਵਾਂਗੇ। ਅਸੀਂ ਅੱਜ ਦੀ ਡੇਟ 'ਚ ਟਰਾਈ ਕਰ ਰਹੇ ਹਾਂ, ਅਸੀਂ ਬਹੁਤ ਸਿੱਖਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਟਸ ਨੈਵਰ ਟੂ ਲੇਟ। ਜਿੰਨਾ ਜ਼ਿਆਦਾ ਸਿੱਖ ਸਕਦੇ ਹੋ ਸਿੱਖੋ। ਮੈਂਡੀ ਜੀ, ਆਪਣੀ ਜਿਹੜੀ ਪੜ੍ਹਾਈ ਆ ਉਹਦੇ ਬਾਰੇ ਜ਼ਰੂਰ ਚਾਨਣਾ ਪਾਓ। ਮੈਂ +2 CFC ਸਕੂਲ ਤੋਂ ਕੀਤੀ ਆ। ਉਸ ਤੋਂ ਬਾਅਦ ਮੈਂ ਗ੍ਰੈਜੂਏਸ਼ਨ ਕੀਤੀ ਹੈ ਇੰਗਲਿਸ਼ ਦੇ ਵਿੱਚ। ਉਸ ਤੋਂ ਬਾਅਦ ਮੈਂ ਡਿਪਲੋਮਾ ਕੀਤਾ ਸੀ, ਜਿਹਦਾ 10 ਈਅਰ ਸੀਗਾ। 3 ਇਅਰਸ ਦਾ ਟਾਈਮ ਪੀਰੀਅਡ ਉਹਦਾ 3 ਇਅਰਸ ਦਾ ਸੀ, ਲੇਕਿਨ ਮੈਂ 1 ਈਅਰ ਕਰਕੇ ਫਿਰ ਡਿਪਲੋਮਾ ਕਰ ਨਹੀਂ ਪਾਈ। ਮਾਸ ਮੀਡੀਆ ਕਮਿਊਨੀਕੇਸ਼ਨ ਦਾ ਕੀਤਾ ਸੀਗਾ ਕਿਉਂਕਿ ਮੇਰੀ ਫਿਰ ਲਾਈਫ 'ਤੇ ਮੈਨੂੰ ਸਿੰਗਿੰਗ ਦਾ ਭੂਤ ਸਵਾਰ ਹੋ ਗਿਆ। ਇਨ ਬਿਟਵੀਨ ਮੈਂ MH1 ਚੈਨਲ ਵਿੱਚ ਐਜ਼ ਅ ਪ੍ਰੋਡਿਊਸਰ ਡਾਇਰੈਕਟਰ ਜੌਬ ਕਰਨ ਲੱਗੀ। ਉਦੋਂ ਡਿਪਲੋਮਾ ਵੀ ਨਹੀਂ ਕਰ ਪਾਈ। ਸੋ ਇੰਨੀ ਕੀ ਕੁਆਲੀਫਿਕੇਸ਼ਨ ਹੈ। ਬਾਕੀ ਅਸੀਂ ਮੈਂ ਕਹਿਣਾ ਸਿੱਖੀ ਚੱਲੋ। ਸਿੱਖਣ ਨਾਲ ਕਈ ਵਾਰ ਤੁਹਾਨੂੰ ਪੜ੍ਹ ਕੇ ਜਿਹੜੀ ਚੀਜ਼ ਨਹੀਂ ਆਉਂਦੀ, ਸਿੱਖਣ ਨਾਲ ਤੁਸੀਂ ਬਹੁਤ ਕੁਝ ਸਿੱਖ ਜਾਂਦੇ ਹੋ ਆਪਣੇ ਉਸਤਾਦਾਂ ਤੋਂ। ਹੁਣੇ ਤੁਸੀਂ ਕਿਹਾ ਵੀ ਤੁਹਾਨੂੰ ਮਤਲਬ ਉਸ ਸਟੱਡੀ ਦੇ ਨਾਲ ਸਿੰਗਿੰਗ ਦਾ ਭੂਤ ਸਵਾਰ ਹੋਇਆ, ਬਹੁਤ ਜ਼ਿਆਦਾ ਹੋ ਗਿਆ। ਲੇਕਿਨ ਮੈਨੂੰ ਤਾਂ ਲੱਗਦਾ ਵੀ ਇਹ ਭੂਤ ਸਵਾਰ ਤਾਂ ਤੁਹਾਨੂੰ ਜਦੋਂ ਤੁਸੀਂ ਬਚਪਨ ਦੇ ਵਿੱਚ ਸਾਲ 2 ਸਾਲ 4 ਸਾਲ ਦੇ ਸੀ, ਉਦੋਂ ਵੀ ਨਾਲ ਹੀ ਭੂਤ ਚੱਲਦਾ ਹੋਣਾ। ਭੂਤ ਕਦੇ ਉਤਰਿਆ ਹੀ ਨਹੀਂ ਕਿਉਂਕਿ ਫੈਮਿਲੀ ਵਿਰਾਸਤ ਚੋਂ ਮੈਨੂੰ ਗਾਇਕੀ ਮਿਲੀ ਹੈ। ਜਦੋਂ ਸੈਂਡੀ ਨੇ ਆਵਾਜ਼ ਪੰਜਾਬੀ ਬਣਨਾ ਸੀ, ਉਦੋਂ ਪਹਿਲਾਂ ਆਵਾਜ਼ ਪੰਜਾਬੀ 'ਚ ਮੈਂ ਗਈ ਜੀ। ਮੈਂ ਹੱਥ 'ਚ ਲਿਖਿਆ ਔਰ ਹੰਸਰਾਜ ਹੰਸ ਜੀ, ਜਨਾਬ ਹੰਸਰਾਜ ਹੰਸ ਜੀ ਨੇ ਮੈਨੂੰ ਕਿਹਾ ਹੱਥ ਆਪਣਾ ਦਿਖਾਓ, ਫਰੇ ਲੈ ਕੇ ਆਏ ਹੋ ਤੁਸੀਂ, ਦੇਖ ਕੇ ਗਾ ਰਹੇ ਹੋ, ਲੋਕੀ ਮੂੰਹ ਜ਼ਬਾਨੀ ਗਾ ਰਹੇ ਆ। ਉਦੋਂ ਇੱਕ ਬਚਪਨਾ ਸੀ ਜਿਸ ਕਰਕੇ ਮੇਰੀ ਉਹ ਉੱਥੋਂ ਮੈਂ ਅੱਗੇ ਕਲੀਅਰ ਨਹੀਂ ਕਰ ਪਾਈ। ਮੈਨੂੰ ਜਨੂਨ ਦੇਖ ਕੇ ਸੈਂਡੀ ਨੂੰ ਹੋ ਗਿਆ। ਉਹ ਜਦੋਂ ਉਹਨੇ ਪ੍ਰੈਕਟਿਸ ਕੀਤੀ, ਉਹਨੇ ਇੰਨੇ ਦਿਲੋਂ ਕੀਤੀ ਕਿ ਉਹ ਖਿਤਾਬ ਮੇਰੇ ਘਰੇ ਆ ਗਿਆ। ਉਸ ਤੋਂ ਬਾਅਦ ਹੋਰ ਜਨੂਨ ਆ ਗਿਆ ਜੀ, ਸਾਡੇ ਘਰੇ ਆਵਾਜ਼ ਪੰਜਾਬੀ ਦਾ ਕਿਤਾਬ ਆ ਗਿਆ ਜੀ, ਮੈਂ ਵੀ ਹੋਰ ਪ੍ਰੈਕਟਿਸ ਕਰਾਂ, ਮੈਂ ਵੀ ਹੋਰ ਸਿੱਖਾਂ, ਮੈਂ ਵੀ ਗਾਉਣਾ। ਫਿਰ ਏਦਾਂ ਕਰਕੇ ਮੈਨੂੰ ਗਾਇਕੀ ਜ਼ਿਆਦਾ, ਮੈਂ ਗਾਇਕੀ ਨਾਲ ਜੁੜਨ ਲੱਗੀ। ਉਹ ਹੱਥ ਤੇ ਲਿਖਣ ਵਾਲਾ ਕੀ ਮਤਲਬ ਕਿੱਸਾ ਸੀਗਾ? ਮੈਨੂੰ ਮੇਰੀ ਮੈਮੋਰੀ 'ਚ ਕੀ ਹੁੰਦਾ ਨਾ, ਅੱਜ ਕੱਲ ਤਕਰੀਬਨ ਤੁਸੀਂ ਦੇਖਿਆ ਹੋਊਗਾ ਵੱਡੇ ਵੱਡੇ ਉਸਤਾਦ ਲੋਕ ਵੀ ਦੇਖ ਕੇ ਗਾਉਂਦੇ ਆ ਜੀ। ਤੇ ਦੇਖ ਕੇ ਗਾਉਣ ਨਾਲ ਇਹ ਹੈ ਕਿ ਤੁਸੀਂ ਸ਼ਬਦ ਗਲਤ ਨਹੀਂ ਗਾਓਗੇ, ਐਟਲੀਸਟ ਕਿਸੇ ਦਾ ਲਿਖਿਆ ਜਾਂ ਕਿਸੇ ਦਾ ਗਾਏ ਦੀ ਬੇਅਦਬੀ ਨਹੀਂ ਕਰੋਗੇ। ਤਾਂ ਮੈਂ ਦੇਖ ਕੇ ਗਾ ਰਹੀ ਸੀ ਔਰ ਮੈਂ ਸਾਰਾ ਹੀ ਦੇਖ ਕੇ ਗਾ ਰਹੀ ਸੀ, ਕਦੇ ਕਾਪੀ ਫੜ ਕੇ, ਕਦੇ ਹੱਥ ਤੇ ਲਿਖ ਕੇ। ਇਹ ਉਹ ਕਿੱਸਾ ਮਤਲਬ ਉਹ ਤੁਹਾਨੂੰ ਜਿਹੜਾ ਹੱਥ ਤੇ ਲਿਖਣਾ ਕਿਤੇ ਨਾ ਕਿਤੇ ਮਹਿੰਗਾ ਪੈ ਗਿਆ ਕਿਉਂਕਿ ਮੈਂ ਆਊਟ ਹੋ ਗਈ। ਲੇਕਿਨ ਉਹਨਾਂ ਦਿਨਾਂ 'ਚ ਇੰਟਰਨੈਟ ਨਹੀਂ ਜ਼ਿਆਦਾ ਪਪੂਲਰ ਸੀਗਾ, ਲੇਕਿਨ ਉਹ ਬਹੁਤ ਵਾਇਰਲ ਹੋਣ ਵਾਲੀ ਚੀਜ਼ ਸੀ। ਉਦੋਂ ਬਹੁਤ ਵਾਇਰਲ ਹੋ ਗਈ ਸੀ ਜੀ। ਮੈਨੂੰ ਫਰਿਆਂ ਵਾਲੀ ਮੈਡੀ ਕਹਿਣ ਲੱਗ ਗਏ ਸੀ। ਜਿਸ ਟਾਈਮ ਤੁਹਾਡਾ ਬਚਪਨ ਤੋਂ ਤੁਸੀਂ ਜਵਾਨੀ ਵੱਲ ਆਏ, ਤੁਹਾਡੇ ਪਾਪਾ ਸਟੇਜਾਂ ਕਰਦੇ ਸੀਗੇ, ਨਾਲ ਉਹਨਾਂ ਦੇ ਕੋ ਸਿੰਗਰ ਵੀ ਜਾਂਦੇ ਸੀਗੇ, ਉਹਦੀ ਕੋਈ ਨਾ ਕੋਈ ਯਾਦ ਜ਼ਰੂਰ ਸਾਂਝੀ ਕਰੋ। ਮੈਂ ਪਾਪਾ ਨਾਲ ਸ਼ੁਰੂ ਤੋਂ ਬਹੁਤ ਅਟੈਚ ਆ ਔਰ ਮੇਰੇ ਪਾਪਾ ਮੇਰੇ ਨਾਲ, ਮੈਂ ਕਹਿੰਦੀ ਟਿਲ ਟੂਡੇ ਮੇਰੇ ਨਾਲ ਬਹੁਤ ਅਟੈਚ ਨੇ। ਅੱਜ ਮੈਂ ਜੋ ਆ ਨਾ, ਉਹ ਹੁਣ ਉਹਨਾਂ ਦੇ ਆਸ਼ੀਰਵਾਦ ਨਾਲ ਹੀ ਆ। ਔਰ ਮੈਂ ਕਈ ਵਾਰ ਪਾਪਾ ਨਾਲ ਚਲੀ ਜਾਂਦੀ ਸੀ ਵੀ ਮੈਂ ਪਾਪਾ ਨਾਲ ਜਾਣਾ। ਪਹਿਲਾਂ ਤਾਂ ਮੰਮੀ ਪਾਪਾ ਨਾਲ, ਮੈਂ ਸੈਂਡੀ ਵੀ ਚਲੇ ਜਾਂਦੇ ਸੀਗੇ। ਹੌਲੀ ਹੌਲੀ ਪਾਪਾ ਨਾਲ ਮੈਂ
ਜ਼ਿਆਦਾ ਜਾਣ ਲੱਗ ਗਈ, ਉਦੋਂ ਮਨਜੀਤ ਆਂਟੀ ਨਾਲ ਉਹਨਾਂ ਦੀ ਐਲਬਮ ਆਈ ਸੀਗੀ ਪਾਲੀ, ਅਸੀਂ ਉਦੋਂ ਵੀ ਨਾਲ ਜਾਂਦੇ ਸੀ। ਮੈਂ ਪਾਪਾ ਨਾਲ ਜਾਣਾ, ਬਸ ਪਾਪਾ ਮੈਨੂੰ ਨਾਲ ਲੈ ਜਾਂਦੇ ਸੀ। ਉਹਨਾਂ ਨੂੰ ਸਟੇਜ ਤੇ ਗਾਉਂਦੇ ਦੇਖ ਕੇ ਹੁੰਦਾ ਸੀ ਵੀ ਮੈਂ ਵੀ ਗਾਵਾਂ, ਕਦੇ ਮੇਰਾ ਵੀ ਟਾਈਮ ਆਊਗਾ ਮੈਂ ਵੀ ਪਾਪਾ ਵਾਂਗੂ ਸਟੇਜ ਤੇ ਗਾਉਂਗੀ ਜੀ। ਇਹ ਉਹਨਾਂ ਦਾ ਆਸ਼ੀਰਵਾਦ ਹੈ। ਆਪਾਂ ਨੈਕਸਟ ਅੱਗੇ ਜਾਣ ਤੋਂ ਪਹਿਲਾਂ 2 ਬੋਲ ਕੋਈ ਵੀ ਤੁਹਾਡੇ ਪਾਪਾ ਦੇ ਤੁਹਾਡੇ ਮੂੰਹੋਂ ਸੁਣਨਾ ਚਾਹਾਂਗੇ। ਬੇਬੇ ਫਿਰਦੇ ਆ ਕਾਲਜੋਂ ਹਟਾਉਣ ਨੂੰ, ਮੇਰੇ ਵੀਰ ਮੈਨੂੰ ਕਹਿੰਦੇ ਨੇ ਪੜਾਉਣ ਨੂੰ। ਬੇਬੇ ਫਿਰਦੇ ਆ ਕਾਲਜੋਂ ਹਟਾਉਣ ਨੂੰ, ਮੇਰੇ ਵੀਰ ਮੈਨੂੰ ਕਹਿੰਦੇ ਨੇ ਪੜਾਉਣ ਨੂੰ। ਭਾਬੀ ਸੁਣ ਕੇ ਨਤੀਜਾ ਮੇਰਾ ਲੜ ਪਈ ਤੇ ਚਿੱਤ ਵੀ ਨਿਰਾਸ਼ ਹੋ ਗਿਆ। ਹੋ ਗਈ ਫੇਰ ਮੈਂ +2 ਚ ਚੰਨਾ ਕਿਹੜਾ ਡੀਸੀ ਲੱਗ ਗਿਆ। ਕੀ ਬਾਤ ਹੈ ਜੀ। ਥੈਂਕ ਯੂ। ਮਨਜੀਤ ਜੀ ਨਾਲ ਪਹਿਲਾਂ ਸਟੇਜਾਂ ਕੀਤੀਆਂ ਰਮਲਾ ਜੀ ਨੇ? ਹਾਂਜੀ ਬਿਲਕੁਲ। ਉਸ ਤੋਂ ਬਾਅਦ ਕਿਹਨਾਂ ਨਾਲ ਕੀਤੀਆਂ? ਉਸ ਤੋਂ ਬਾਅਦ ਮੇਰੇ ਪਾਪਾ ਨੇ ਤੇਜਵੀਰ ਰਾਜੂ ਜੀ ਨਾਲ ਕੀਤੀਆਂ ਸਟੇਜਸ, ਕਾਫੀ ਸਟੇਜਸ ਕੀਤੀਆਂ। ਔਰ ਤੁਸੀਂ ਦੇਖੋ 2019 ਤੱਕ ਮੇਰੇ ਪਾਪਾ ਨੇ ਬਹੁਤ ਕੰਮ ਕੀਤਾ ਹੈ। ਯੁਵਾ ਪੀੜ੍ਹੀ ਦੇ ਵਿੱਚ ਇੱਕ ਲੈਜੈਂਡ ਏਜਡ ਆਰਟਿਸਟ ਦਾ ਟਿਕਣਾ ਮੇਰੇ ਲਈ ਬਹੁਤ ਪ੍ਰਾਊਡ ਹੈ ਜੀ। ਉਹਨਾਂ ਨੇ ਟਿਲ ਟੁਡੇ ਅੱਜ ਦੀ ਜਨਰੇਸ਼ਨ ਤੱਕ ਕੰਮ ਕੀਤਾ, ਔਰ ਉਹਨਾਂ ਨੂੰ ਅੱਜ ਦੀ ਜਨਰੇਸ਼ਨ ਖਾਸ ਤੌਰ ਤੇ ਬੱਬੂ ਮਾਨ ਜੀ ਬਹੁਤ ਪਿਆਰ ਕਰਦੇ ਆ ਜੀ। ਔਰ ਮੈਂ ਦੇਖਿਆ ਕੁਝ ਸਿੱਧੂ ਮੂਸੇਵਾਲਾ ਜੀ ਨੇ ਵੀ ਵੀਡੀਓਜ਼ ਪਾਈਆਂ ਪਾਪਾ ਦੇ Song ਤੇ, ਕਾਫੀ ਲੋਕ ਆਰਨੀਅਤ ਹੋ ਗਏ, ਬਹੁਤ ਵੱਡੇ ਵੱਡੇ ਆਰਟਿਸਟ ਨੇ ਜਿਹੜੇ ਮੇਰੇ ਪਾਪਾ ਨੂੰ ਪਿਆਰ ਦੇ ਰਹੇ ਆ। ਇਹ ਉਹਨਾਂ ਦੀ ਉਸਤਤ ਹੈ ਔਰ ਲੋਕੀ ਉਹਨਾਂ ਨੂੰ ਚਾਹੁੰਦੇ ਆ। ਉਹਨਾਂ ਨੇ ਟਿਲ ਟੁਡੇ ਦੀ ਜਨਰੇਸ਼ਨ ਲਈ ਵੀ ਗਾਇਆ, ਇਸ ਕਰਕੇ ਉਹਨਾਂ ਨੂੰ ਅੱਜ ਦੀ ਜਨਰੇਸ਼ਨ ਵੀ ਜਾਣਗੀ, ਉਹ ਪਿਆਰ ਵੀ ਦਿੰਦੀ। ਕਿਸ ਤਰ੍ਹਾਂ ਮਹਿਸੂਸ ਹੁੰਦਾ ਸੀਗਾ ਜਿਸ ਟਾਈਮ ਤੇ ਪਾਪਾ ਸਟੇਜਾਂ ਕਰਦੇ ਸੀਗੇ, ਦੁਗਾਣੇ ਗਾਉਂਦੇ ਸੀ, ਕੁਝ ਇਸ ਤਰ੍ਹਾਂ ਦੇ ਲਫ਼ਜ਼ ਵੀ ਸੀਗੇ ਸੱਭਿਅਕ ਜਿਨ੍ਹਾਂ ਨੂੰ ਆਪਾਂ ਕਹਿ ਦਈਏ ਜੀ, ਉਹ ਵੀ ਉਹਨਾਂ ਦੇ ਮੂੰਹੋਂ ਜਾਂ ਉਹਨਾਂ ਦੀ ਕੋ ਸਿੰਗਰ ਦੇ ਮੂੰਹੋਂ ਨਿਕਲਦੇ ਸੀਗੇ? ਕਿਸ ਤਰ੍ਹਾਂ ਦਾ ਫੀਲ ਹੁੰਦਾ ਸੀ ਉਸ ਟਾਈਮ? ਅਗਰ ਆਪਾਂ ਬੈਕ ਈਰਾ 'ਚ ਚੱਲੀਏ, ਰਾਤ ਅਕੇਲੀ ਹੈ ਬੁਝ ਗਏ ਦੀਏ, ਆਪਾਂ ਅਗਰ ਬਾਲੀਵੁੱਡ 'ਚ ਚੱਲੀਏ ਤਾਂ ਅਸ਼ਲੀਲਤਾ ਤਾਂ ਫਿਰ ਬਾਲੀਵੁੱਡ 'ਚੋਂ ਹੀ ਸ਼ੁਰੂ ਹੋਈ ਹੈ ਜੀ। ਜੇ ਪੰਜਾਬੀ ਕਰ ਰਹੇ ਹੋ ਅਸ਼ਲੀਲ ਹੈ, ਆਈ ਥਿੰਕ ਇਹ ਲੋਕ ਗਾਇਕੀ ਹੈ ਜੋ ਐਕਚੁਅਲੀ ਲੋਕੀ ਫੀਲ ਕਰਦੇ ਸੀ ਨਾ, ਰਾਈਟਰ ਉਹੀ ਲਿਖਦੇ ਸੀ। ਤੇ ਹੁਣ ਜੇ ਆਪਾਂ ਯੋ ਹਨੀ ਸਿੰਘ ਜੀ ਦੇ ਕੋਈ ਗਾਣੇ ਚੁੱਕ ਲਈਏ ਜਾਂ ਉਹਨਾਂ 'ਚ ਵੀ ਵਲਗੈਰਿਟੀ ਹੈ, ਜਾਂ ਆਪਾਂ ਚੱਕ ਲਈ ਤੇ ਧਰ ਲਈ ਤੇ ਮਾਰਤੀ ਤੇ ਚੱਕ ਲਿਆ ਤੇ ਧਰ ਲਿਆ ਤੇ ਮਾਰਤਾ, ਇਹ ਸਭ ਕੁਝ ਹੋ ਰਿਹਾ ਤੁਸੀਂ ਦੇਖਿਆ ਹੋਣਾ, ਉਹ ਵੀ ਅਸ਼ਲੀਲਤਾ। ਬਟ ਲੋਕੀ ਨੂੰ ਸੁਣਦੇ ਆ, ਇਹਨੂੰ ਐਪਰੀਸ਼ੀਏਟ ਹੀ ਕਰਦੇ ਆ, ਭਾਵੇਂ ਥੱਲੇ ਗਾਣਾ ਲਿਖੀ ਜਾਂਦੇ ਲੇਕਿਨ ਸੁਣਦੇ ਆ ਇਹ ਚੀਜ਼ਾਂ ਨੂੰ। ਅਗਰ ਮੇਰੇ ਪਾਪਾ ਦੇ ਗਾਣੇ ਨੂੰ ਆਪਾਂ ਕਹੀਏ ਨਾ ਵਲਗਰ ਸੀ, ਲੋਕਾਂ ਦੀ ਐਂਟਰਟੇਨ ਸੀ ਉਹ ਸੁਣਨਾ। ਤਾਂ ਜੋ ਚੀਜ਼ ਪਰੋਸੀ ਜਾਊਗੀ ਕਲਾਕਾਰ ਤੋਂ ਜੀ, ਮਤਲਬ ਪਬਲਿਕ ਦੇ ਸਾਹਮਣੇ, ਸਰੋਤਿਆਂ ਦੇ ਸਾਹਮਣੇ, ਉਹ ਹਰ ਇੱਕ ਸੁਣੀ ਜਾਂਦੀ ਹੈ। ਮੈਂ ਨਾਮ ਨਹੀਂ ਲਵਾਂਗਾ, ਕੁਝ ਇਸ ਤਰ੍ਹਾਂ ਦੇ ਸਿੰਗਰ ਹੈਗੇ, ਇਸ ਤਰ੍ਹਾਂ ਦੇ ਕਲਾਕਾਰ ਹੈਗੇ ਆ ਜਿਹੜੇ ਸਿਰਫ ਮੋਟਰ ਤੇ ਸੁਣੇ ਜਾਂਦੇ ਆ। ਸੁਣਦੇ ਤਾਂ ਲੋਕੀ ਉਹਨਾਂ ਨੂੰ ਵੀ ਹੈਗੇ ਆ, ਪਰ ਕਲਾਕਾਰ ਦੇ ਵੀ ਕੁਝ ਫਰਜ਼ ਹੁੰਦੇ ਆ, ਨਿੱਜੀ ਫਰਜ਼ ਵੀ ਹੁੰਦੇ ਆ। ਦੇਖੋ ਕਲਾਕਾਰ ਦਾ ਨਿੱਜੀ ਫਰਜ਼ ਹੈ। ਕਲਾਕਾਰ ਜਿੰਨੇ ਅੱਛੇ ਗਾਣੇ ਗਾ ਰਹੇ ਨੇ, ਜਿਹੜੇ ਧੀਆਂ ਦੇ, ਭੈਣਾਂ ਦੇ, ਮਾਵਾਂ ਦੇ, ਉਹਨਾਂ ਦੇ ਵਿਊ ਦੇਖ ਲਓ, ਤੇ ਜਿਹੜੇ ਲੰਡਰਪੁਣਾ ਕਰਦੇ ਉਹਨਾਂ ਦੇ ਵਿਊ ਦੇਖ ਲਓ, ਆਪੇ ਦੇਖ ਲਓ। ਹੁਣ ਤੁਸੀਂ ਇਸ ਚੀਜ਼ ਨਾਲ ਸਹਿਮਤ ਹੋ ਵੀ ਲੰਡਰਪੁਣਾ ਵਾਲੇ ਗੀਤ ਜ਼ਿਆਦਾ ਚੱਲਦੇ ਆ? ਦੇਖੋ ਚੱਲਦੇ ਆ, ਇਹਦੇ ਵਿੱਚ ਸਾਡਾ ਫਾਲਟ ਨਹੀਂ। ਰਾਈਟਰ ਪਰੋਸ ਕੇ ਦਿੰਦਾ, ਸਿੰਗਰ ਆਪਣੇ ਲਿਰਿਕਸ ਤਾਂ ਚੁਣਦਾ। ਸਿੰਗਰ ਰਾਈਟਰ ਦੀ ਗਲਤੀ ਫਿਰ ਪਹਿਲਾਂ ਹੋਈ, ਆਪਾਂ ਹੁਣ ਰਾਈਟਰਸ ਨੂੰ ਨਹੀਂ ਕਹਿ ਸਕਦੇ। ਰਾਈਟਰ ਤੁਹਾਡੇ ਕੋਲੇ ਕਾਪੀ ਲੈ ਕੇ ਆ ਗਿਆ, ਪੂਰਾ ਰਜਿਸਟਰ ਉਹਨੇ ਤੁਹਾਡੇ ਸਾਹਮਣੇ ਰੱਖਤਾ, ਲੇਕਿਨ ਉਹਦੇ ਵਿੱਚ ਤਾਂ ਤੁਸੀਂ ਦੇਖਣਾ ਹੈਗਾ ਵੀ ਫਿਰ ਉਹ ਬੰਦਾ ਇਹ ਦੇਖਦਾ ਕਿ ਹੁਣ ਮੇਰੀ ਚੀਜ਼ ਕਿਹੜੀ ਚੱਲੂਗੀ। ਮੈਂ ਉਹੀ ਕਹਿਣਾ, ਬਾਲੀਵੁੱਡ ਨਾਲ ਆਪਾਂ ਇਹ ਲੜਾਈ ਬਹੁਤ ਲੰਬੀ ਹੈ। ਇਹ ਚੀਜ਼ਾਂ ਬਾਲੀਵੁੱਡ ਤੋਂ ਆਈਆਂ। ਬਿਕਨੀਸਤਾਨ ਉਦੋਂ ਵੀ ਪਾਉਂਦੇ ਸੀਗੇ, ਤੁਸੀਂ ਦੇਖਿਆ ਹੋਣਾ ਸਮੁੰਦਰ ਮੇ ਨਹਾ ਕੇ ਔਰ ਵੀ ਹਸੀਨ ਲੱਗ ਰਹੀ ਹੋ, ਉੱਥੇ ਹੁਣ ਕੁੜੀ ਨੇ ਉਹ ਤਾਂ ਪਾਇਆ ਨਹੀਂ ਹੋਇਆ। ਪਰ ਉਹ ਸਾਡਾ ਪੰਜਾਬੀ ਕਲਚਰ ਨਹੀਂ ਹੈਗਾ, ਉਹ ਮਤਲਬ ਆਪਾਂ ਪੰਜਾਬੀ ਇੰਸਪਾਇਰ ਤਾਂ ਬਾਲੀਵੁੱਡ ਤੋਂ ਹੀ ਨੇ। We are all inspired from the Bollywood। ਅੱਜ ਬਾਲੀਵੁੱਡ 'ਚ ਸਾਡੇ ਪੰਜਾਬੀ ਗਾਣੇ ਚੱਲ ਰਹੇ, ਉਹ ਵੀ ਸਾਡੇ ਤੋਂ ਇੰਸਪਾਇਰ ਹੋ ਗਏ। ਬਿਲਕੁਲ ਚੱਲਦੇ ਆ ਜੀ, ਬਿਲਕੁਲ ਚੱਲਦੇ ਆ। ਹੁਣ ਤੁਹਾਡਾ ਮਤਲਬ ਮਕਸਦ, ਮਤਲਬ ਕਹਿਣ ਦਾ ਭਾਵ ਇਹ ਹੈਗਾ ਮੇਰੇ ਲਈ ਗਾਇਕੀ ਗਾਵੇ ਕੋ ਤਾਣ ਹੋਵੇ ਕਿਸੇ ਤਾਣ, ਹੈਨਾ ਜੀ ਜੀ। ਇਹ ਬਾਣੀ ਦੀਆਂ ਲਾਈਨਾਂ ਨੇ, ਸਾਡੀ ਔਕਾਤ ਨਹੀਂ। ਉਹ ਕਹਿੰਦੇ ਜਿਹੜੀ ਗਾਇਕੀ ਹੈ ਜਾਂ ਤਾਨਾਂ ਨੇ, ਇਹ ਸਭ ਕੁਝ ਐਕਚੁਅਲੀ ਬਣਿਆ, ਉਹਨੂੰ ਹੁਣ ਪੋਜ਼ਿਟਿਵਲੀ ਲੈਣਾ ਹੀ ਪੈਣਾ ਤੁਹਾਨੂੰ ਜੀ। ਮੈਨੂੰ ਨਹੀਂ ਪਤਾ ਲੋਕੀ ਮੇਰੀ ਇਸ ਗੱਲ ਤੋਂ ਕੀ ਰਿਐਕਟ ਕਰਨਗੇ। ਹਰ ਚੀਜ਼, ਸੰਗੀਤ ਇੱਕ ਕਲਾਬੱਧ ਹੈ, ਕਿਉਂਕਿ ਸੰਗੀਤ ਜਿਹੜੀ ਚੀਜ਼ ਹੈ ਨਾ, ਉਹ ਸਰਸਵਤੀ ਜੀ ਦੀ ਦੇਣ ਹੈ। ਉਹ ਜਦੋਂ ਰਾਗ 'ਚ ਚਲੀ ਗਈ ਨਾ, ਚਾਹੇ ਸ਼ਬਦ ਕੋਈ ਵੀ ਨੇ, ਉਹ ਰਾਗ 'ਚ ਚਲੀ ਗਈ। ਉਹ ਰਾਗ ਸਾਰੇ ਆਪਣੇ ਗੁਰੂ ਗ੍ਰੰਥ ਸਾਹਿਬ 'ਚ ਦਰਜ ਨੇ। ਇਸ ਲਈ ਮੈਂ ਬੁਰਾ ਨਹੀਂ ਮੰਨਦੀ। ਜੇ ਲੋਕਾਂ ਨੂੰ ਸੁਣਨ 'ਚ ਬੁਰਾ ਲੱਗਦਾ, ਉਹ ਨਾ ਸੁਣ, ਉਹ ਸਕਿਪ ਕਰਨ। ਜੇ ਉਹ ਸੁਣਨਾ ਬੰਦ ਕਰਨਗੇ ਤਾਂ ਗਾਇਕ ਤੇ ਰਾਈਟਰ ਲਿਖਣਾ ਵੀ ਬੰਦ ਕਰ ਦੇਣਗੇ, ਗਾਇਕ ਗਾਉਣਾ ਬੰਦ ਕਰ ਦੇਣਗੇ। ਬਿਲਕੁਲ ਸਹੀ। ਇੱਥੇ ਮਤਲਬ ਇੱਥੇ ਮੁੱਕਦੀ ਹੁਣ ਤੁਹਾਡੇ ਨਾਲ ਮੈਂ ਸਹਿਮਤ ਹਾਂ, ਇੱਥੇ ਹੀ ਮੁੱਕਦੀ ਹੈ ਗੱਲ ਵੀ ਜੇ ਮਤਲਬ ਕਿਤੇ ਨਾ ਕਿਤੇ ਸਰੋਤੇ। ਬਿਲਕੁਲ ਜੀ ਬਿਲਕੁਲ, ਕਿਤੇ ਨਾ ਕਿਤੇ ਕਲਾਕਾਰ ਵੀ ਗਲਤ ਹੈ, ਕਿਤੇ ਨਾ ਕਿਤੇ ਸਰੋਤੇ ਵੀ ਗਲਤ ਨੇ, ਤੇ ਪਲੱਸ ਨਾਲ ਰਾਈਟਰ ਵੀ ਗਲਤ ਹੈਗਾ। ਹੁਣ ਜੇ ਆਪਾਂ ਚਮਕੀਲਾ ਜੀ ਦੀ ਗਾਇਕੀ ਨੂੰ ਲਈਏ, ਬਚ ਕੇ ਰਿਹਾ ਕਰਨੀ ਪਤਲੂ ਕੋਈ ਹੱਥ ਫੇਰ ਜੂ ਤੇਰੇ, ਤੇ ਇਹਦਾ ਕੀ ਮਤਲਬ ਹੈ? ਆਪਾਂ ਕਰਤਾਰ ਅਮਲਾ ਜੀ ਦੇ ਗਾਣਿਆਂ ਨੂੰ ਹੀ ਲੱਚਰ ਨਹੀਂ ਕਹਿ ਸਕਦੇ। ਗਾਇਕੀ ਬਹੁਤ ਲੋਕਾਂ ਨੇ, ਮੈਂ ਤੁਹਾਨੂੰ ਪਹਿਲਾਂ ਇਹ ਗੱਲ ਕਹਿ ਚੁੱਕਿਆ ਵੀ ਬਹੁਤ ਲੋਕੀ ਇਸ ਤਰ੍ਹਾਂ ਦੇ ਕਲਾਕਾਰ ਨੇ ਸਾਡੇ ਇਸੇ ਸਮਾਜ ਦੇ ਵਿੱਚ, ਇਸੇ ਕਲਾਕਾਰੀ ਸੰਗੀਤ ਜਗਤ ਦੇ ਵਿੱਚ, ਜਿਨ੍ਹਾਂ ਨੂੰ ਸਿਰਫ ਮੋਟਰ ਤੱਕ ਹੀ ਸੁਣਿਆ ਜਾਂਦਾ, ਉਹਨਾਂ ਨੂੰ ਅਸੀਂ ਘਰੇ ਨਹੀਂ ਸੁਣ ਸਕਦੇ। ਮੋਟਰ ਤੇ ਵੀ
ਜਿਹੜੇ ਮੋਟਰ ਤੇ ਸੁਣਦੇ ਆ ਪਤਾ ਨਹੀਂ ਕਿਉਂ ਮੋਟਰ ਤੇ ਸੁਣਦੇ ਆ, ਉਹਨਾਂ ਨੂੰ ਹਰ ਜਗ੍ਹਾ ਹੀ ਸੁਣਿਆ ਜਾਂਦਾ ਐਕਚੁਅਲੀ ਚ। ਜੇ ਤੁਸੀਂ ਅੱਜ ਵੀ ਕਿਸੇ ਬਜ਼ੁਰਗ ਨੂੰ ਚੱਕ ਲਓਗੇ ਉਹ ਰਮਲਾ ਤੇ ਚਮਕੀਲਾ ਹੀ ਸੁਣਦੇ ਆ, ਬਿਲਕੁਲ ਸੁਣਦੇ ਆ, ਔਰ ਉਹਨਾਂ ਨੂੰ ਪੂਰਾ ਮਤਲਬ ਪਤਾ। ਔਰ ਮੈਨੂੰ ਨਹੀਂ ਪਤਾ ਉਹਨਾਂ ਦੇ ਕਰਕੇ ਯੰਗ ਜਨਰੇਸ਼ਨ ਵੀ ਪਿੰਡਾਂ 'ਚ ਉਹਨਾਂ ਨੂੰ ਸੁਣਦੀ ਹੈ। ਉਹ ਪਿੰਡਾਂ 'ਚ ਜਦੋਂ ਚੰਡੀਗੜ੍ਹ ਨੂੰ ਆਉਂਦੇ ਤਾਂ ਫਿਰ ਚੰਡੀਗੜ੍ਹ ਵੀ ਸੁਣ ਰਿਹਾ, ਤੇ ਉਹ ਜੇ ਚੰਡੀਗੜ੍ਹ ਵਾਲੇ ਦਿੱਲੀ ਗਏ ਤਾਂ ਹੁਣ ਦਿੱਲੀ ਵੀ ਸੁਣ ਰਿਹਾ। ਮੇਰੇ ਕੁਝ ਜਾਣਕਾਰ ਦੋਸਤ ਨੇ ਜਿਨ੍ਹਾਂ ਦੇ ਬਹੁਤ ਵੱਡੇ ਵੱਡੇ ਪੇजेस ਨੇ, ਰੈਟਰੋ ਪੰਜਾਬ, ਡੈਵਲਸ, ਇਹ ਕੁਝ ਇੰਸਟਾਗ੍ਰਾਮ ਤੇ ਪੇਜ ਨੇ, ਉਹ ਦਿੱਲੀ 'ਚ ਬੈਠ ਕੇ ਗਾਣੇ ਸੁਣ ਰਹੇ ਆ। ਉਹਨਾਂ ਨੂੰ ਮਤਲਬ ਵੀ ਸਮਝ ਆ ਰਿਹਾ। ਮੈਂ ਉਹਨਾਂ ਨੂੰ ਹੈਰਾਨੀ ਨਾਲ ਪੁੱਛਿਆ ਤੁਹਾਨੂੰ ਇਹਦਾ ਮਤਲਬ ਪਤਾ ਚੱਲ ਗਿਆ ਜੀ? ਕਹਿੰਦਾ ਬਾਪੂ ਦੀ ਕਿਹੜੀ ਚੀਜ਼ ਸਾਨੂੰ ਨਹੀਂ ਪਤਾ, ਐਂਡ ਦੇ ਸਪੀਕ ਪੰਜਾਬੀ ਲਾਈਕ ਸੋ ਬਿਊਟੀਫੁਲ। ਸਭ ਚੱਲੀ ਆ ਰਿਹਾ। ਤੁਸੀਂ ਇਹ ਦੱਸੋ ਨਹੀਂ ਉਹਨਾਂ ਨੂੰ ਪਤਾ ਸੀ ਬਾਪੂ ਦਾ ਖੁੰਡਾ? ਬਾਪੂ ਦਾ ਖੁੰਡਾ, ਕਹਿੰਦੇ ਖੁੰਡਾ ਜਿਹਦੇ ਨਾਲ ਕੁੱਟ ਪੈਂਦੀ ਹੈ ਉਹ ਖੁੰਡਾ। ਮੈਂ ਇਸੇ ਗੱਲ ਤੋਂ ਤਾਂ ਹੈਰਾਨ ਹੋ ਕਿ ਮੁੰਡਾ ਜਾਣੇ ਖੁੰਡਾ, ਤਾਂ ਬਹੁਤ ਹੈਰਾਨ। ਤੁਸੀਂ ਇਹ ਦੇਖੋ ਬੰਬੇ ਵਿੱਚ ਹਿੰਦੂ ਲੋਕ ਜ਼ਿਆਦਾ ਨੇ, ਮਰਾਠੀ ਲੋਕ ਜ਼ਿਆਦਾ ਨੇ, ਦੇ ਆਰ ਸਿੰਗਿੰਗ ਪੰਜਾਬੀ ਸੌਂਗਸ। ਇਹਦਾ ਮਤਲਬ ਉਹਨਾਂ ਨੂੰ ਸਮਝ ਆ ਰਹੀ ਹੈ। ਜੀ ਠੀਕ ਹੈ ਨਾ, ਸਮਝ ਵੀ ਆ ਰਹੀ ਹੈ। ਨਹੀਂ ਤਾਂ ਵੈਸੇ ਪੰਜਾਬੀ ਦੇ ਵਿੱਚ ਜਿਹੜੀ ਬੀਟ Song ਹੈਗੇ ਆ ਉਹਨਾਂ ਨੂੰ ਸਿਰਫ ਬਸ ਇਸ ਤਰ੍ਹਾਂ ਕਰਨਾ ਆਉਂਦਾ ਲੋਕਾਂ ਨੂੰ, ਬਸ ਕੁੱਲ ਮਿਲਾ ਕੇ। ਇਹ ਨਹੀਂ ਲੋਕੀ ਹੁਣ ਜਿਵੇਂ ਲੱਕ 28 ਕੁੜੀ ਦਾ ਸਮਝਦੇ ਨੇ ਬੰਬੇ ਵਾਲੇ ਲੋਕ, ਉਹ ਕਿਉਂਕਿ ਉਹਦੇ ਵਿੱਚ ਟੱਚ ਇੰਗਲਿਸ਼ ਟੱਚ ਆ ਗਿਆ ਨਾ ਉਸ ਵਿੱਚ। ਆਈ ਡੋਨਟ ਨੋ, ਲੇਕਿਨ ਪੰਜਾਬੀ ਗਾਣੇ ਮਰ ਜਾਣੀ ਪਾਉਂਦੀ ਭੰਗੜਾ ਅੰਗਰੇਜ਼ੀ ਬੀਟ ਤੇ ਦੀਪਿਕਾ ਜੀ ਨੱਚ ਹੀ ਰਹੇ ਆ ਨਾ, ਇਟ ਮੀਨਸ ਕੁਝ ਤਾਂ ਸਮਝ ਆਈ ਗਿਆ ਹੋਊਗਾ। ਔਰ ਨਾਲੇ ਇਹ ਦੱਸੋ ਐਕਸਪ੍ਰੈਸ਼ਨ ਲਿਆਉਣ ਲਈ ਸ਼ਬਦ ਸਮਝਣੇ ਪੈਂਦੇ, ਜੇ ਸਮਝਦੇ ਹੋ ਤਾਂ ਹੀ ਐਕਸਪ੍ਰੈਸ ਕਰਦੇ। ਇਟ ਮੀਨਸ ਪੰਜਾਬੀ ਹੁਣ ਸਾਰੇ ਸਮਝ ਰਹੇ। ਤੇ ਇਹ ਨਾ ਕਹੋ ਕਿ ਜਿਹੜਾ ਸਾਡਾ ਪੁਰਾਣਾ ਕਲਚਰ ਸੀ ਹੁਣ ਵਲਗਰ ਹੈ। ਹੁਣ ਉਹ ਇੱਕ ਤਰ੍ਹਾਂ ਦਾ ਕਲਚਰ ਹੀ ਹੈ, ਉਹਨੂੰ ਸੰਭਾਲੋ, ਉਹ ਵਿਰਸਾ ਹੈ ਹੁਣ ਆਪਣਾ। ਪੰਜਾਬੀ ਗਾਇਕੀ ਦੇ ਵਿੱਚ ਹੁਣ ਤੱਕ ਦੇਖਿਆ ਕਿ ਅਕਸਰ ਵੱਡੀਆਂ ਜੋੜੀਆਂ, ਵੱਡੇ ਸੈੱਟ ਟੁੱਟੇ ਆ ਜੀ। ਕੀ ਕਾਰਨ? ਹੁਣ ਮੈਂ ਕੀ ਕਹਾਂ, ਜੋ ਰਿਐਲਿਟੀ ਹੈ, ਜੋ ਸੱਚਾਈ ਹੈ। ਇਹ ਵੀ ਗੱਲ ਜੇ ਕਿਸੇ ਨੂੰ ਬੁਰੀ ਲੱਗਦੀ ਹੈ ਤਾਂ ਪਹਿਲਾਂ ਤਾਂ ਹੱਥ ਜੋੜ ਕੇ ਮਾਫੀ। ਸੱਚਾਈ ਮਹਿੰਗੀ ਵੀ ਹੁੰਦੀ ਹੈ, ਕੌੜੀ ਵੀ ਹੁੰਦੀ ਹੈ, ਪਚਦੀ ਨਹੀਂ ਹੁੰਦੀ, ਇੰਡਾਈਜੈਸ਼ਨ ਹੋ ਜਾਂਦੀ ਹੈ ਸੱਚ ਸੁਣ ਕੇ। ਕੌੜੀਆਂ ਹੁੰਦੀਆਂ ਨਾ ਗੱਲਾਂ ਸੱਚੀਆਂ ਜੀ। ਪ੍ਰੋਬਲਮ ਕੀ ਹੈ, ਜੇ ਤੁਸੀਂ ਇੱਕ ਕੋ ਸਿੰਗਰ ਨੂੰ ਪਰਸਨਲ ਲੈਣ ਲੱਗ ਜਾਓਗੇ ਕਿ ਮੇਰੀ ਪ੍ਰਾਪਰਟੀ ਹੈ, ਜਾਂ ਕੋ ਸਿੰਗਰ ਨੂੰ ਸਮਝੋਗੇ ਜੀ ਇਹ ਮੇਰੀ ਹੈ, ਇਹ ਕਿਤੇ ਮੇਰੇ ਬਿਨਾ ਬੁਕਿੰਗ ਨਾ ਕਰ ਲੈ, ਮੇਰੇ ਬਿਨਾ ਕਿਤੇ ਗਾ ਨਾ ਆਵੇ। ਮਤਲਬ ਇੱਕ ਘਰੇ ਵਾਈਫ ਹੈ ਤੇ ਇੱਕ ਔਨ ਸਟੇਜ ਪਾਰਟਨਰ ਨੂੰ ਤੁਸੀਂ ਲਾਈਫ ਪਾਰਟਨਰ ਹੀ ਕੰਸੀਡਰ ਕਰਨ ਲੱਗ ਜਾਂਦੇ ਹੋ, ਉੱਥੇ ਬੰਦਾ ਮਾਰ ਖਾਂਦਾ। ਉਹਨੂੰ ਤੁਸੀਂ ਪ੍ਰੋਫੈਸ਼ਨ ਨੂੰ ਪਰਸਨਲ ਕਹਿੰਦੇ ਨਾ, ਬੁੱਲਿਆ ਯਾਰਾਂ ਨਾਲ ਵਪਾਰ ਨਹੀਂ ਕਰੀਦੇ। ਹੁਣ ਜਿਹਨਾਂ ਨੂੰ ਤੁਸੀਂ ਵਪਾਰ ਕਰ ਲਓ ਉਹਨੂੰ ਯਾਰ ਬਣਾਓ ਹੀ ਨਾ, ਪਰ ਜੇ ਤੁਸੀਂ ਉਹਦੇ ਨਾਲ ਯਾਰੀ ਪਾਉਣੀ ਫਿਰ ਉਹਨਾਂ ਵਪਾਰ ਨਾ ਕਰੋ। ਇਹ ਕਪਲਾ ਕਰਕੇ, ਇਹ ਘੋਲੇ ਮਾਲਿਆਂ ਕਰਕੇ ਗੱਲਾਂ ਸੈੱਟ ਟੁੱਟ ਹੀ ਜਾਂਦੇ ਤਾਂ ਬੈਟਰ ਹੀ ਹੈ। ਮੈਂ ਤਾਂ ਕਹੂੰਗੀ ਬੈਟਰ ਹੈ, ਕਿਉਂਕਿ ਸੈੱਟ ਟੁੱਟਣਾ ਬੈਟਰ ਹੈ, ਘਰ ਨਹੀਂ ਟੁੱਟਣਾ ਚਾਹੀਦਾ। ਮੈਂ ਆਈ ਪ੍ਰੈਫਰ ਦੇ। ਬਹੁਤ ਸੋਹਣੇ ਲਫ਼ਜ਼ ਤੁਸੀਂ ਵਰਤੇ ਹੈਗੇ ਵੀ ਘਰ ਨਹੀਂ ਟੁੱਟਣਾ ਚਾਹੀਦਾ, ਸੈੱਟ ਟੁੱਟ ਜਾਵੇ ਜੀ। ਔਰ ਮੈਂ ਚਾਹੁੰਦੀ ਜਦੋਂ ਦੂਜਾ ਸੈੱਟ ਵੀ ਬਣੇ, ਬੰਦਾ, ਕੁੜੀ ਨੂੰ ਵੀ ਪਤਾ ਹੋਣਾ ਚਾਹੀਦਾ ਵੀ ਬੰਦਾ ਮੈਰਿਡ ਹੈ, ਉਹਦੇ ਬੱਚੇ ਆ, ਮੈਂ ਉਹਦੇ ਘਰ 'ਚ ਦਖਲ ਨਹੀਂ ਦੇਣਾ। ਪਰ ਦਿੰਦੀਆਂ ਦੇਣ ਵਾਲੇ ਲੋਕੀ ਦੇ ਦਿੰਦੇ ਆ, ਕੋਈ ਗੱਲ ਨਹੀਂ, ਉਹ ਉਹਨਾਂ ਦੀ ਮੈਂਟੈਲਿਟੀ। ਜਿਨ੍ਹਾਂ ਨੇ ਪ੍ਰੀ ਪਲਾਨ ਕੀਤਾ ਹੀ ਹੁੰਦਾ ਕਿ ਵੱਡਾ ਆਰਟਿਸਟ ਹੈ, ਵੱਡੇ ਪੈਸਿਆਂ ਵਾਲਾ, ਇਹਦੇ ਕੋਲ ਖੂਬ ਪੈਸਾ, ਮੈਂ ਇਹਨਾਂ ਦਾ ਘਰ ਖਰਾਬ ਹੁੰਦਾ ਹੋਵੇ, ਮੈਂ ਆਪਣਾ ਫਾਈਨੈਂਸ ਦੇਖਣਾ, ਉੱਥੇ ਵੀ ਮਾਰ ਪੈਂਦੀ ਆ ਸਿੰਗਰ ਨੂੰ। ਰਮਲਾ ਸਾਹਿਬ ਦੇ ਹੁੰਦਿਆਂ ਤੁਸੀਂ ਗਾਇਕੀ ਵੱਲ ਆ ਗਏ? ਬਿਲਕੁਲ ਆਈ। ਉਹਨਾਂ ਨੇ ਕਾਫੀ ਗਾਣੇ ਸੁਣੇ ਆ ਸਾਡੇ। ਸਭ ਤੋਂ ਪਹਿਲਾ Song ਕਿਹੜਾ ਰਿਕਾਰਡ ਕਰਵਾਇਆ ਤੁਸੀਂ? ਸਭ ਤੋਂ ਪਹਿਲੇ ਮੇਰੀ ਐਲਬਮ ਆਈ ਸੀਗੀ ਡਿਵੋਸ਼ਨਲ ਜੀ, ਮੇਰੀ ਮਈਆ ਦੀਆਂ ਚੁੰਨੀਆਂ। ਉਹ ਮੇਰੀ ਡਿਵੋਸ਼ਨਲ ਸੀਗੀ, ਮਾਤਾ ਰਾਣੀ ਦੀ ਭੇਟ ਸੀਗੀ ਜੀ। ਉਸ ਤੋਂ ਬਾਅਦ ਅੱਗੇ? ਉਸ ਤੋਂ ਬਾਅਦ ਮੈਂ ਗੋਰੀ ਗਾਣਾ ਕੀਤਾ ਸੀ। ਮੈਂ ਜ਼ਿਆਦਾਤਰ ਗਾਣੇ ਆਪਣੇ ਪਾਪਾ ਉਹਨਾਂ ਦੇ ਗਾਏ, ਰੱਖੀ ਫਿਰਦੇ, ਗੋਰੀ ਤੇ ਮੈਲੀ ਅੱਖ ਗੱਭਰੂ। ਇਸ ਤਰ੍ਹਾਂ ਦਾ ਕਿਹੜਾ ਗੀਤ ਸੀ ਤੁਹਾਡੇ ਵੱਲੋਂ ਗਾਇਆ ਹੋਇਆ ਜਿਹਦੇ ਨਾਲ ਪਤਾ ਲੱਗਿਆ ਲੋਕਾਂ ਨੂੰ ਵੀ ਮੈਂਡੀ ਸੰਧੂ ਆ ਗਈ ਮਾਰਕੀਟ ਦੇ ਵਿੱਚ? ਉੱਚੀ ਕੁੜਤੀ। ਉਹ ਤੁਹਾਡੇ ਹੋ ਜਵੇ। मेरी ऊंची कुर्ती ढाका की क्या ले गिर जान जवाका की, मेरी ऊंची कुर्ती ढाका की क्या ले गिर जान जवाका की। मैंडी जी रील्स बहुत बनाने ਤੁਸੀਂ ਬੜੇ ਚਟਪਟੇ ਤਰੀਕੇ ਨਾਲ, ਬੜੇ ਮਤਲਬ ਆਪਾਂ ਕਹਿੰਦੇ ਹਾਸੋ ਹੀਣੇ ਢੰਗ ਨਾਲ ਵੀ। ਦੇਖੋ ਉਹਨਾਂ ਦੇ ਉੱਪਰ ਕਿਤੇ ਨਾ ਕਿਤੇ ਅਸੀਂ ਦੇਖਦੇ ਆਂਗੇ, ਪੜ੍ਹਦੇ ਵੀ ਆ, ਚੰਗੇ ਦੇ ਨਾਲ ਮਾੜੇ ਵੀ ਲਿਖੇ ਹੁੰਦੇ ਕੁਛ ਨਾ ਕੁਛ ਕਮੈਂਟਸ। ਜਿਹੜੇ ਰੀਲਸ ਬਣਾਉਣ ਦਾ ਉਹ ਹੈ ਨਾ, ਇਹ ਸਾਡੇ ਅੰਦਰ ਐਕਟਿੰਗ ਦੇ ਕੀੜੇ ਵੀ ਨੇ, ਖਾਲੀ ਗਾਉਣ ਦੇ ਨਹੀਂ ਹੁੰਦੇ, ਕਿਉਂਕਿ ਇੱਕ ਗਾਇਕ ਦੇ ਅੰਦਰ ਐਕਸਪ੍ਰੈਸ਼ਨ ਹੁੰਦੇ ਆ ਜੀ। ਸਾਨੂੰ ਐਕਟਿੰਗ ਦਾ ਬਹੁਤ ਸ਼ੌਕ ਹੈ, ਅਸੀਂ ਇੱਕ ਤਰ੍ਹਾਂ ਉਹਨੂੰ ਬਣਾ ਰਹੇ ਹਾਂ, ਇੱਕ ਤਰ੍ਹਾਂ ਉਹਦੇ ਵਿੱਚ ਆਪਣੇ ਐਕਟਿੰਗ ਸਕਿੱਲਸ ਦਿਖਾ ਰਹੇ ਹਾਂ ਜੀ। ਇੱਕ ਤਰ੍ਹਾਂ ਅਸੀਂ ਆਪਣਾ ਆਡੀਸ਼ਨ ਦੇ ਰਹੇ ਹਾਂ ਕਿ ਸ਼ਾਇਦ ਕਿਸੇ ਦੀ ਨਜ਼ਰ ਪਾਊਗੀ ਸਾਡੇ ਐਕਟਿੰਗ ਸਕਿੱਲਸ ਤੇ, ਸ਼ਾਇਦ ਸਾਨੂੰ ਕੋਈ ਵਧੀਆ ਓਪਰਚੁਨਿਟੀ ਮਿਲ ਜੂਗੀ। ਕਿਉਂਕਿ ਅਸੀਂ ਕਾਸਟਿੰਗ ਕਾਊਚ ਨਾਲ ਅੱਗੇ ਨਹੀਂ ਹੋਣਾ ਚਾਹੁੰਦੇ, ਅਸੀਂ ਟੈਲੈਂਟ ਨਾਲ ਹੋਣਾ ਚਾਹੁੰਦੇ ਹਾਂ। ਚਾਹੇ ਵਿਊ 2000 ਆ, ਚਾਹੇ 5000 ਆ, ਚਾਹੇ 31000 ਆ ਜੀ। ਮੈਂਡੀ ਜੀ ਸੋਸ਼ਲ ਮੀਡੀਆ ਦੇ ਉੱਪਰ ਜੀ ਛਾਏ ਰਹਿੰਦੇ ਹੋ। ਓ ਥੈਂਕ ਯੂ ਸੋ ਮਚ। ਕਿਤੇ ਨਾ ਕਿਤੇ ਤੁਹਾਡੀਆਂ ਰੀਲਾਂ, ਕਿਤੇ ਇਮੋਸ਼ਨਲੀ, ਕਿਤੇ ਹਾਸੇ ਠੱਠੇ ਦੀਆਂ, ਤੇ ਕਿਤੇ ਅਸੀਂ ਦੇਖਦੇ ਹਾਂ ਵੀ ਉਹਦੇ ਤੇ ਨਾ ਨੀਚੇ ਕਮੈਂਟਸ ਦੇ ਵਿੱਚ ਚੰਗਿਆਂ ਦੇ ਨਾਲ ਕੋਈ ਮਾੜੇ ਕਮੈਂਟਸ ਵੀ ਹੁੰਦੇ ਨੇ।
ਸਭ ਤੋਂ ਪਹਿਲਾਂ ਹੇਟਰਸ ਆਰ ਮੋਟੀਵੇਟਰਸ। ਜਿਹੜੇ ਤੁਹਾਨੂੰ ਚੋਰੀ ਚੋਰੀ ਸਟਾਕ ਕਰਦੇ ਆ ਨਾ, ਉਹਨਾਂ ਦੀ ਆਪਣੀ ਹੈਸੀਅਤ ਨਹੀਂ ਹੁੰਦੀ ਕਿ ਓਰੀਜਨਲ ਆਈਡੀ ਤੋਂ ਆ ਕੇ ਤੁਹਾਡੇ ਨਾਲ ਬੈਡ ਕਮੈਂਟਸ ਤੁਹਾਨੂੰ ਕਰ ਸਕਣ। ਉਹ ਫਿਰ ਵਿਚਾਰੇ ਫੇਕ ਆਈਡੀ ਕ੍ਰੀਏਟ ਕਰਦੇ ਆ, ਫਿਰ ਸਾਨੂੰ ਥੱਲੇ ਆ ਕੇ ਮਾੜਾ ਕਹਿੰਦੇ ਆ। ਅਸੀਂ ਬੀਜ਼ੀ ਉਹਨਾਂ ਨੂੰ ਐਂਟਰਟੇਨ ਕਰਨ 'ਚ, ਇਹ ਸਾਡੀ ਸੋਚ ਹੈ ਵੀ ਚਲੋ ਅਸੀਂ ਉਹਨਾਂ ਨੂੰ ਐਂਟਰਟੇਨ ਕਰ ਰਹੇ ਹਾਂ। ਉਹਨਾਂ ਦੀ ਸੋਚ ਹੈ ਬੈਡ ਕਮੈਂਟਸ ਲਿਖਣਾ। ਸੋ ਆਈ ਟੇਕ ਇਟ ਵੈਰੀ ਪੋਜ਼ਿਟਿਵਲੀ। ਇੱਕ ਤਾਂ ਉਹਦੇ 'ਚ ਤੁਹਾਨੂੰ ਤੁਹਾਡੀਆਂ ਗਲਤੀਆਂ ਵੀ ਪਤਾ ਲੱਗਦੀਆਂ ਜੀ। ਆਈ ਟੇਕ ਇਟ ਵੈਰੀ ਪੋਜ਼ਿਟਿਵਲੀ, ਆਈ ਐਪਰੀਸ਼ੀਏਟ। ਠੀਕ ਹੈ, ਉਹਨਾਂ ਦੀ ਸੋਚ ਆ, ਕਿਉਂਕਿ ਤੁਹਾਨੂੰ ਕਮੈਂਟ ਕਰਨ ਦਾ ਹੱਕ ਮਿਲ ਚੁੱਕਿਆ ਹੈ ਇੰਟਰਨੈਟ ਤੇ। ਉਹ ਕੁਝ ਵੀ ਲਿਖ ਸਕਦੇ ਆ, ਫਿਰ ਸਾਨੂੰ ਕੋਈ ਪ੍ਰੋਬਲਮ ਨਹੀਂ ਆ। ਅਸੀਂ ਉਹਨਾਂ ਨੂੰ ਰਿਪਲਾਈ ਨਹੀਂ ਕਰਦੇ। ਕਈ ਵਾਰ ਪੜ੍ਹ ਲੈਂਦੇ ਆ, ਕਈ ਵਾਰ ਦਿਲ ਥੋੜਾ ਜਿਹਾ ਹੁੰਦਾ ਉਹ ਗੋਡ ਇਹਨਾਂ ਨੇ ਸਾਨੂੰ ਬੈਡ ਕਮੈਂਟ ਕਰਤਾ, ਕੋਈ ਗੱਲ ਨਹੀਂ, ਉਹਨਾਂ ਦੀ ਸੋਚ ਆ। ਬਟ ਇਹ ਜਿਹੜੀਆਂ ਅਸੀਂ ਰੀਲਸ ਬਣਾਉਂਦੇ ਆ, ਅਸੀਂ ਇੱਕ ਤਰ੍ਹਾਂ ਦਾ ਆਪਣਾ ਆਡੀਸ਼ਨ ਦੇ ਰਹੇ ਹਾਂ ਕਿ ਚਲੋ ਅਸੀਂ ਗਲਤ ਤਰੀਕੇ ਨਾਲ ਜਾਂ ਹੱਥਕੰਡੇ ਨਾਲ ਅਸੀਂ ਫਿਲਮ ਇੰਡਸਟਰੀ 'ਚ ਨਹੀਂ ਆਉਣਾ ਚਾਹੁੰਦੇ। ਅਸੀਂ ਰੀਲਸ ਪਾ ਕੇ ਆਪਣੇ ਐਕਟਿੰਗ ਸਕਿੱਲਸ ਦਿਖਾਉਂਦੇ ਆ। ਹੋ ਸਕਦਾ ਸ਼ਾਇਦ ਕਿਸੇ ਨੂੰ ਸਾਡੀ ਕੋਈ ਰੀਲ ਜਾਂ ਐਕਟਿੰਗ ਸਕਿੱਲ ਪਸੰਦ ਆਵੇ, ਤਾਂ ਇਟ ਇਜ਼ ਕਾਈਂਡ ਆਫ ਅ ਆਡੀਸ਼ਨ, ਇਟ ਇਜ਼ ਕਾਈਂਡ ਆਫ ਅ ਟੈਲੈਂਟ। ਮੈਂ ਦੇਖਿਆ ਬਹੁਤ ਟਿਕਟੋਕਰ, ਇੰਸਟਾਗ੍ਰਾਮਰ ਦਾ, ਉਹਨਾਂ ਨੂੰ ਕੋਈ ਨਹੀਂ ਜਾਣਦਾ ਸੀਗਾ, ਉਹ ਅੱਜ ਰੀਲਸ ਤੋਂ ਇੰਨੇ ਪਪੂਲਰ ਹੋ ਗਏ, ਉਹ ਸੈਲੀਬ੍ਰਿਟੀਜ਼ ਬਣ ਚੁੱਕੇ, ਇੰਟਰਨੈਟ ਸੈਲੀਬ੍ਰਿਟੀਜ਼ ਜੀ। ਸੋ ਆਈ ਐਮ ਟ੍ਰਾਈਂਗ ਮਾਈ ਲੈਵਲ ਵੈਰੀ ਬੈਸਟ ਐਂਡ ਆਈ ਵਾਂਟ ਟੂ ਸਰਵ ਐਜ਼ ਬੈਸਟ ਐਜ਼ ਪੋਸੀਬਲ। ਰੈਸਟ ਇਜ਼ देयर ਵਿਸ਼, ਹਾਊ ਦੇ ਟੇਕਸ ਇਟ। ਇਹ ਉਹਨਾਂ ਦੀ ਸੋਚ ਹੈ, ਮੈਂ ਪੋਜ਼ਿਟਿਵਲੀ ਬਣਾ ਰਹੀ ਹਾਂ ਸਾਰਾ ਕੁਝ। ਇੱਕ ਤੁਹਾਡੇ ਬਾਰੇ ਹੋਰ ਬੜੀ ਵਧੀਆ ਗੱਲ ਸਾਨੂੰ ਪਤਾ ਲੱਗੀ ਹੈ, ਰਸਤੇ ਦੇ ਵਿੱਚੋਂ ਹੀ ਅਸੀਂ ਕਿਤੇ ਘਰ ਪੁੱਛ ਰਹੇ ਸੀ ਤੁਹਾਡਾ। ਓਕੇ। ਤੇ ਉਹਨਾਂ ਨੇ, ਅਸੀਂ ਕਿਹਾ ਵੀ ਮੈਂਡੀ ਸੰਧੂ ਦੇ ਘਰ ਜਾਣਾ, ਤੇ ਉਹਨਾਂ ਨੇ ਕਿਹਾ ਅੱਛਾ ਜਿਹੜੇ ਬੜੇ ਜਾਨਵਰ, ਕੁੱਤੇ, ਗਾਵਾਂ, ਪਤਾ ਨਹੀਂ ਕੀ ਮਤਲਬ ਉਹਨਾਂ ਨੇ ਸ਼ੌਕ ਦੱਸਿਆ ਤੁਹਾਡੇ, ਇਹਦੇ ਬਾਰੇ ਜ਼ਰੂਰ ਚਾਨਣਾ ਪਾਓ। ਕੁੱਤਿਆਂ ਵਾਲੇ ਕਹਿ ਦਿੰਦੇ ਆ ਸਾਨੂੰ। ਇਹ ਇੱਕ ਸੈਲੀਬ੍ਰਿਟੀ, ਇੱਕ ਨਾਵਲ ਆਇਆ ਸੀ ਕੁੱਤਿਆਂ ਵਾਲੇ ਸਰਦਾਰ। ਕੁੱਤਿਆਂ ਵਾਲੇ ਸਰਦਾਰ ਦੇ ਪਿੰਡ 'ਚ ਮੇਰੇ ਮੰਮੀ ਪਾਪਾ ਨੇ ਖਾੜਾ ਲਾਇਆ ਸੀ, ਤੇ ਅੱਜ ਤੱਕ ਜਿੰਨਾ ਇਨਾਮ ਇਹਨਾਂ ਨੂੰ ਉੱਥੇ ਹੋਇਆ ਕਿਤੇ ਹੋਇਆ ਹੀ ਨਹੀਂ। ਕੀ ਬਾਤ ਹੈ। ਉਹ ਕਹਿੰਦੇ ਤੰਗਲੀਆਂ ਦੇ ਨੋਟ ਇਕੱਠੇ ਕੀਤੇ ਅਸੀਂ। ਅੱਛਾ ਜੀ। ਜੀ ਬਿਲਕੁਲ। ਕੁੱਤਿਆਂ ਨਾਲ ਇਹ ਜਿਹੜਾ ਮੇਰਾ ਇਮੋਸ਼ਨ ਹੈ ਨਾ, ਇਟਸ ਨਾਟ ਕੁੱਤੇ ਲੋਕਾਂ ਲਈ। ਅਸੀਂ ਉਹਨਾਂ ਨੂੰ ਬੱਚੇ ਕਹਿ ਦਿੰਦੇ, ਲੋਕਾਂ ਨੂੰ ਸਮਝ ਨਹੀਂ ਆਉਂਦੀ। ਬੱਚੇ ਉਹਨਾਂ ਨੂੰ ਲੱਗਦਾ ਸ਼ਾਇਦ ਸਾਡੇ ਬੱਚੇ। ਵਿਆਹ ਮੇਰਾ ਹੋਇਆ ਨਹੀਂ, ਪਰ ਬੱਚੇ ਮੇਰੇ ਉਹੀ ਨੇ। ਮੇਰਾ ਉਹਨਾਂ ਨਾਲ ਇੱਕ ਅਟੈਚਮੈਂਟ ਕਿਉਂ ਹੈ? ਕਿਉਂਕਿ ਮੇਰੇ ਪਾਪਾ, ਮੇਰੇ ਮੰਮਾ ਨੇ ਸ਼ੁਰੂ ਤੋਂ ਹੀ, ਮੰਮਾ ਨੇ ਕਾਊਜ਼, ਸਾਡੇ ਪਿੰਡ 'ਚ ਫਾਰਮਿੰਗ ਸੀਗੀ। ਮੇਰੇ ਪਾਪਾ ਫਾਰਮਿੰਗ ਫੈਮਿਲੀ ਨੂੰ ਤਾਲੁਕ ਰੱਖਦੇ, ਫਾਰਮਰ ਪਰਿਵਾਰ ਦੇ ਆ ਜੀ। ਉਹਨਾਂ ਨੂੰ ਗਾਵਾਂ, ਉਹਨਾਂ ਨੂੰ ਡੌਗਸ ਰੱਖਣ ਦਾ ਬਹੁਤ। ਮੇਰੇ ਪਾਪਾ ਕੋਲ ਇੱਕ ਡੌਗ ਸੀਗਾ, ਜਰਮਨ ਸ਼ੈਪਰਡ। ਉਹ ਸੀਗਾ, ਉਹਦਾ ਨਾਮ ਸੀਗਾ ਡਾਇਮੰਡ। ਉਹਨਾਂ ਕੋਲੇ ਡੌਗ ਸੀਗਾ ਜਰਮਨ ਸ਼ੈਪਰਡ ਡਾਇਮੰਡ, ਔਰ ਉਦੋਂ ਮੈਂ ਬਹੁਤ ਡਰਦੀ ਸੀਗੀ। ਇਹ ਚੀਜ਼ ਫਿਰ ਮੇਰੇ ਪਾਪਾ ਤੋਂ ਇੰਸਟਿੰਕਟਲੀ ਮੇਰੇ ਅੰਦਰ ਆ ਗਈ। ਮੇਰੇ ਮੰਮਾ ਉਹਨਾਂ ਨੇ ਅਪਰੋਕਸੀਮੇਟਲੀ, ਮੰਮਾ ਨੇ 20-22 ਸਾਲ ਉਹਨਾਂ ਨੇ ਡੌਗਸ ਤੇ ਕਾਊਜ਼ ਦੀ ਬਹੁਤ ਸੇਵਾ ਕੀਤੀ, ਘਰੇ ਰੱਖੇ ਸੀ, ਔਰ ਪੋਲਟਰੀ ਫਾਰਮ ਵੀ ਸੀਗਾ ਸਾਡਾ। ਇਸ ਕਰਕੇ ਇਹ ਚੀਜ਼ ਸਾਡੇ ਅੰਦਰ ਬੇਸਿਕਲੀ ਇੰਸਟਿੰਕਟ ਹੈ ਜੀ। ਸਾਨੂੰ ਦਰਵੇਸ਼ਾਂ ਨਾਲ ਕੋਈ ਬਰੀਡਿੰਗ ਦਾ ਕੋਈ ਲਾਲਚ ਨਹੀਂ ਹੈ, ਕਿਉਂਕਿ ਮੇਰੇ ਕੋਲ ਸਾਰੀ ਇੰਡੀ ਬਰੀਡ ਹੈ। ਮੇਰੇ ਕੋਲ ਕੋਈ ਬਰੀਡ ਨਹੀਂ ਹੈ, ਮੈਂ ਇਹਨਾਂ ਦੀ ਸੇਵਾ ਕਰਨੀ ਹੈ। ਦਰਵੇਸ਼ ਨੇ ਕਹਿੰਦੇ ਨਾ, ਬੁੱਲੇ ਸ਼ਾਹ ਜੀ ਨੇ ਗੱਲ ਕਹੀ ਹੈ, ਕੁੱਤੇ ਸਭ ਤੋਂ ਉੱਤੇ। ਮਤਲਬ ਉਹ ਨਹੀਂ ਹੈਗਾ ਜਿਹੜੇ ਹਾਈ ਫਾਈ ਲੋਕ ਗੱਡੀਆਂ ਦੇ ਵਿੱਚ ਏਸੀ ਲਗਾ ਕੇ ਉਹ ਕਰਦੇ ਆ। ਤੁਸੀਂ ਮਤਲਬ ਜਿਹੜੇ ਲੋਕਲ ਵਿਚਾਰੇ ਆਵਾਰਾ ਫਿਰਦੇ ਨੇ। ਮੇਰਾ ਕੰਮ ਹੈ, ਜੇ ਦੇਖੋ ਸਭ ਤੋਂ ਗੱਲ ਵਧੀਆ ਇਹ ਹੈ ਕਿ ਹਾਈ ਫਾਈ ਵੀ ਦਰਵੇਸ਼ ਹੈ, ਸਾਨੂੰ ਉਹਦਾ ਨਾਲ ਵੀ ਬਹੁਤ ਪਿਆਰ ਹੈ, ਉਹ ਵੀ ਬੱਚੇ ਹੈ, ਉਹਨਾਂ ਨੂੰ ਘਰ ਮਿਲੇਗੀ, ਸਟਰੀਟ ਵਾਲਿਆਂ ਨੂੰ ਨਹੀਂ ਨਾ ਮਿਲੇ। ਮੇਰੀ ਜਿੰਨੀ ਹੈਸੀਅਤ ਔਕਾਤ ਹੈ, ਮੈਂ ਉਨੇ ਇੱਕ ਸਟਰੀਟ ਡੌਗਸ ਅਡਾਪਟ ਕਰ ਚੁੱਕੀ ਹਾਂ। ਕਈਆਂ ਦੇ ਚੂਲੇ ਟੁੱਟ ਜਾਂਦੇ, ਲੱਤਾਂ ਟੁੱਟ ਜਾਂਦੀਆਂ ਨੇ, ਕਈ ਮਰ ਜਾਂਦੇ, ਉਹਨਾਂ ਨੂੰ ਮੈਂ ਚੁੱਕ ਕੇ ਆਪ ਹੀ ਕਾਰ 'ਚ ਪਾ ਕੇ ਬਰੀ ਵੀ ਕਰ। ਕਿਸ ਚੀਜ਼ ਦਾ? ਕਈ ਵਾਰ ਮੁਹੱਬਤ ਐਸੀ ਚੀਜ਼ ਹੈ, ਸਾਰੇ ਡਰ ਮਿਟਾ ਦਿੰਦੀ ਹੈ। ਉਹਨਾਂ ਨੂੰ ਵੀ ਪਤਾ ਹੁੰਦਾ ਕਿ ਮੈਨੂੰ ਪਿਆਰ ਨਾਲ ਹੀ ਟੱਚ ਕਰ ਰਹੀ ਹੈ। ਜੰਗਲੀ ਤੋਂ ਜੰਗਲੀ ਜਾਨਵਰ ਨੂੰ ਵੀ ਮੈਂ ਚੱਕ ਕੇ ਇਲਾਜ ਕਰਾ ਚੁੱਕੀ ਹਾਂ। ਕੀ ਬਾਤ ਹੈ ਜੀ। ਇਹ ਭਾਸ਼ਾ ਸਮਝਦੇ ਆ। ਕਿੰਨੇ ਮਤਲਬ ਰੱਖਿਆ ਫਿਰ ਡੌਗ ਘਰੇ? ਮੈਂ ਨਾਮ ਹੀ ਗਣਾ ਦਿੰਦੀ ਹਾਂ। ਇੱਕ ਮੇਰੇ ਕੋਲ ਚਿੱਟੂ ਹੈ, ਸਭ ਤੋਂ ਪੁਰਾਣਾ ਡੌਗ ਹੈ, ਹਰਬੀਜ ਕਹਿ ਦਈਦਾ ਸੀ ਉਹਨੂੰ। ਉਹਦੇ ਕਾਫੀ ਬੱਚੇ ਆ ਨਾ। ਨਾਮ ਨੂੰ ਰਹਿਣ ਦਿਓ, ਕਿਤੇ ਨਾ ਕਿਤੇ ਹੋ ਸਕਦਾ ਕਿਸੇ ਨਾਲ ਨਾਮ ਮਿਲਦਾ ਜੁਲਦਾ ਹੋਵੇ ਤੇ ਦਿੱਕਤ ਆਉਂਦੀ ਹੈ। ਹਾਂਜੀ, ਸਾਡੇ ਦਰਸ਼ਕਾਂ ਦੇ ਵਿੱਚ ਵੀ ਹੋ ਸਕਦਾ, ਤੇ ਸਾਡੇ ਟੀਮ ਦੇ ਵਿੱਚ ਵੀ ਹੋ ਸਕਦਾ ਕਿਤੇ ਨਾ ਕਿਤੇ। ਅੱਛਾ, ਤੁਸੀਂ ਕਿੰਨੇ ਕੁ ਮਤਲਬ ਕੁੱਤੇ ਜਿਹੜੇ ਘਰ ਰੱਖੇ ਹੋਏ ਆ? ਕੁੱਤੇ ਨਹੀਂ, ਬੱਚੇ ਨੇ ਆਪਣੇ ਕੋਲੇ। 6-7 ਡੌਗਸ ਘਰੇ ਨੇ, ਔਰ 7-8 ਜਿਹੜੇ ਸਟਰੀਟ ਦੇ ਨੇ, ਤੇ 3-4 ਮੇਰੇ ਸ਼ੈਲਟਰ 'ਚ ਨੇ, ਤੇ 2-4 ਮੇਰੇ ਉਹ ਸ਼ੈਲਟਰ 'ਚ ਨੇ ਜਿੱਥੇ ਸਿਰਫ ਅਪਾਹਿਜ ਡੌਗਸ ਦੀ ਸੇਵਾ ਹੁੰਦੀ ਹੈ ਜੀ। ਸਿਰਫ ਡੌਗ ਹੀ ਰੱਖਿਆ ਜਾਂ ਇਸ ਤੋਂ ਇਲਾਵਾ ਹੋਰ ਵੀ ਕੋਈ ਜਾਨਵਰ? ਨਹੀਂ, ਮੈਂ ਗਾਵਾਂ ਦੀ ਸੇਵਾ ਕੀਤੀ। ਇੱਕ ਵਾਰੀ ਕਿਸੇ ਗਾਂ ਦਾ ਚੂਲਾ ਟੁੱਟ ਗਿਆ ਸੀ, ਤੇ ਡਾਕਟਰਸ ਨੇ ਉਹਨੂੰ ਜਵਾਬ ਦਿੱਤਾ ਸੀ। ਉਹ ਕਹਿੰਦੇ ਇਹਨਾਂ ਨੂੰ ਆਪਾਂ ਪੋਇਜ਼ਨ ਵਾਲਾ ਟੀਕਾ ਲਾ ਦਿੰਦੇ ਆ। ਤੇ ਮੈਂ ਉਹਨਾਂ ਨੂੰ ਕਿਹਾ, ਬੀਇੰਗ ਅ ਡਾਕਟਰ ਤੁਸੀਂ ਪੋਇਜ਼ਨ ਲਾਓ, ਬੀਇੰਗ ਲਵਰ, ਐਨੀਮਲ ਲਵਰ, ਮੈਂ ਇਹਦਾ ਇਲਾਜ ਕਰੂੰਗੀ। ਮੇਰੇ ਬਰਥਡੇ ਦੇ ਕਰੀਬ ਦਿਨ ਸੀਗੇ, ਮੈਂ ਉੱਥੇ 25 ਦਿਨ ਰੋਜ਼ ਸਵੇਰੇ ਜਾਣਾ, ਮੈਂ ਰਾਤ ਨੂੰ ਆਉਣਾ, ਗਊ ਮਾਤਾ ਨੂੰ ਚੇਨ ਕੁੱਪੀ ਤੇ ਪਾ ਕੇ ਉਹਦੀ ਮਸਾਜਿਸ ਕਰਕੇ। ਉਹ ਗਾਂ ਨੇ ਉਦੋਂ ਬਾਅਦ ਇੱਕ ਕੰਨਿਆ ਨੂੰ ਜਨਮ ਦਿੱਤਾ, ਜਿਹਦਾ ਨਾਮ ਮੈਂ ਰਾਧਾ ਰੱਖਿਆ। ਮਤਲਬ ਡਾਕਟਰਸ ਨੇ ਕਿਹਾ ਇਹਨੂੰ ਮਾਰ ਦਿੰਦੇ ਆ, ਇਹਨੇ ਨਹੀਂ ਬਚਣਾ। ਤੁਹਾਡਾ ਪਿਆਰ, ਐਫਰਟਸ, ਤੁਹਾਡਾ ਮਤਲਬ ਕੀ ਨਾ ਅੰਦਰੋਂ ਕੀ ਕਹਿੰਦੇ ਜੈਸਚਰ ਆਫ ਲਵ, ਜਾਂ ਤੁਹਾਡੀ ਕਾਈਂਡਨੈਸ ਕਿਸੇ, ਮੈਂ ਕਹਿੰਦੀ, ਮੁਰਦੇ 'ਚ ਜਾਨ ਪਾ ਸਕਦੀ। ਜਿਹੜੀਆਂ ਸੜਕਾਂ ਤੇ ਘੁੰਮ ਰਹੀਆਂ ਆਵਾਰਾ ਗਾਵਾਂ ਜੀ, ਉਹਨਾਂ ਬਾਰੇ 2 ਲਫ਼ਜ਼ ਜ਼ਰੂਰ ਮਤਲਬ ਦੱਸੋ। ਵੀ ਕਿਤੇ ਨਾ ਕਿਤੇ ਤਾਂ ਉਹ ਕਈ ਘਰਾਂ ਦੇ ਚਿਰਾਗ ਬੁਝਾ ਦਿੰਦੀਆਂ। ਸਾਡੀ ਗਵਰਨਮੈਂਟ ਸਭ ਤੋਂ ਟੈਕਸ ਵੀ ਵਸੂਲ ਕਰਦੀ ਹੈ,
ਉਹਨਾਂ ਦਾ ਕੋਈ ਪ੍ਰੋਪਰ ਅਜੇ ਤੱਕ ਮਤਲਬ ਉਹ ਨਹੀਂ ਹੋ ਸਕਿਆ ਕੋਈ। ਦੇਖੋ ਸਰਕਾਰ ਨਾਲ ਤਾਂ ਆਪਾਂ ਜ਼ਿੱਦ ਨਹੀਂ ਕਰ ਸਕਦੇ, ਔਰ ਜਿਹੜੀ ਗਾਵਾਂ ਦੀ ਤੁਸੀਂ ਗੱਲ ਕੀਤੀ ਹੈ, ਕਈਆਂ ਦੇ ਚਿਰਾਗ ਬੁਝਾਏ ਹੋਣਗੇ, ਲੇਕਿਨ ਸ਼ਰਮ ਉਸ ਕੌਮ ਨੂੰ ਆਣੀ ਚਾਹੀਦੀ ਹੈ, ਸ਼ਰਮ ਆਉਣੀ ਚਾਹੀਦੀ ਹੈ। ਮੈਂ ਕਹਿੰਦੀ ਹਾਂ, ਮੈਂ ਰੱਬ ਤੋਂ ਮਾਫੀ ਮੰਗਦੀ ਹਾਂ, ਪਹਿਲਾਂ ਤੁਸੀਂ ਗਾਂ ਲੈ ਕੇ ਆਉਂਦੇ ਹੋ ਜੀ, ਲੱਖਾਂ ਦੀ ਗਾਂ ਲਿਆਉਂਦੇ ਆ, ਚੰਗੀ ਤਰ੍ਹਾਂ ਉਹਨੂੰ ਨਿਚੋੜਦੇ ਆ, ਜਦੋਂ ਉਹ ਦੁੱਧ ਨਹੀਂ ਦਿੰਦੀ, ਉਹਦਾ ਬੱਚਾ ਹੁੰਦਾ, ਕੱਢਦਾ ਕੌਣ? ਤੁਸੀਂ ਆਪ ਹੀ ਲਿਆ ਕੇ ਕੱਢਦੇ ਹੋ। ਆਪਾਂ ਸਰਕਾਰ ਤੇ ਕਿੰਨਾ ਕੁ ਬਿੱਲ ਫਾੜਾਂਗੇ? ਸਰਕਾਰ ਜਿੰਨੇ ਜੋਗੀ ਉਹ ਕਰ ਰਹੀ ਹੈ, ਐਨਜੀਓ ਜੋ ਕੰਮ ਕਰ ਰਹੀ ਹੈ, ਗਲਤੀ ਉਸ ਬੰਦੇ ਦੀ ਹੈ ਜਿਹੜਾ ਪਸ਼ੂ ਪਾਲਣ ਚ ਕੀ ਕਹਿੰਦੇ ਆ ਕਮੀ ਰੱਖਦਾ, ਜਾਂ ਪਸ਼ੂ ਪਾਲਣ ਵਿੱਚ ਉਹਦੇ ਅੰਦਰ ਇੱਕ ਚੀਟਿੰਗ ਆ ਜਾਂਦੀ ਕਿ ਇਹਨੇ ਹੁਣ ਦੁੱਧ ਨਹੀਂ ਦੇਣਾ। ਮੇਰੇ ਸਾਹਮਣੇ, ਮੇਰੇ ਘਰ ਦੇ ਸਾਹਮਣੇ ਇੱਕ ਐਸੀ ਗਾਂ ਹੈ ਜਿਹਨੂੰ ਕੁੱਟ-ਕੁੱਟ ਕੇ ਕੱਢਿਆ, ਉਹਦੇ ਟੋਕਨ ਅੱਜ ਵੀ ਲੱਗਿਆ। ਮੈਂ ਉਹਦੇ ਲਈ ਬਹੁਤ ਵੱਡੀਆਂ ਐਨਜੀਓਜ਼ ਨਾਲ ਗੱਲ ਕਰ ਰਹੀ ਹਾਂ। ਮੈਂ ਜਿੰਨੀ ਹੈਸੀਅਤ ਸੀ ਮੇਰੀ, ਮੈਂ ਬਹੁਤ ਗਾਵਾਂ ਦਾ ਇਲਾਜ ਕਰਾ ਚੁੱਕੀ ਹਾਂ। ਮੈਂ ਨਹੀਂ ਕਰਵਾਈ, ਮੇਰੇ ਤੋਂ ਰੱਬ ਕਰਵਾਉਂਦਾ। ਇਹ ਡਿਊਟੀ ਹੈ ਤੁਹਾਡੀ, ਗ੍ਰੰਥ ਸਾਹਿਬ ਚ ਦਰਜ ਹੈ ਹਰ ਕਿਸੇ ਦੀ ਡਿਊਟੀ, ਤੇ ਇਹ ਮੇਰੀ ਲੱਗ ਗਈ ਹੈ। ਦਰਵੇਸ਼ਾਂ ਨੂੰ ਪਾਲਣ ਦੀ ਡਿਊਟੀ ਲੱਗੀ ਹੈ, ਦੇਖੋ ਬੁੱਚਰਖਾਨਿਆਂ ਨੂੰ ਉਹਨਾਂ ਦੀ ਡਿਊਟੀ ਲੱਗ ਗਈ ਮਾਰਨ ਦੀ। ਇਹ ਸਭ ਕੁਝ ਸਾਡੇ ਪਾਕ ਗ੍ਰੰਥ ਸਾਹਿਬ ਚ ਲਿਖਿਆ ਹੋਇਆ ਵੀ ਕਿਹਨੂੰ ਕੀ ਡਿਊਟੀ ਲੱਗਦੀ ਹੈ ਨਾ। ਲੋਕੀ ਕੀ ਕਰਦੇ, ਡੈਰੀ ਫਾਰਮਸ ਵਾਲੇ ਉਹਨਾਂ ਨੂੰ ਮਿਸਯੂਜ਼ ਕਰਕੇ ਉਹਨਾਂ ਦਾ ਦੁੱਧ ਲੈ ਕੇ, ਉਹਨਾਂ ਦਾ ਬੱਚਾ ਹੁੰਦਾ ਪਹਿਲੇ ਦਿਨ ਵੀ ਉਹਨੂੰ ਮਾਰਨ ਨੂੰ ਭੇਜ ਦਿੰਦੇ ਆ। ਇਹ ਕਿੰਨੀ ਕੁ ਚੀਜ਼ ਹੈ। ਇੱਥੇ ਹੁਣ ਸਰਕਾਰ ਦਾ ਦੋਸ਼ ਕੀ ਦੱਸੋ? ਮੈਂ ਸਰਕਾਰ ਨੂੰ ਦੋਸ਼ ਨਹੀਂ ਦਿੰਦੀ, ਸਰਕਾਰ ਬਣਾਈ ਆਪਾਂ ਨਾ, ਹਰ ਚੀਜ਼ ਆਪਾਂ ਬਣਾ ਰਹੇ ਹਾਂ, ਜਾਨਵਰ ਲਿਆ ਕੇ ਆਪਾਂ ਹੀ ਉਹਨੂੰ ਮਾਰਨ ਲਈ ਕੱਢ ਦਿੰਦੇ ਆ। ਗਲਤੀ ਪਹਿਲਾਂ ਆਪਣੀ ਸੁਧਾਰੋ, ਲੋਕਾਂ ਨੂੰ ਤਾਂ ਆਪਾਂ ਬਲੇਮ ਬਾਅਦ ਚੋਂ ਕਰਨਾ ਜੀ। ਸੋ ਇੱਕ ਐਨਜੀਓ ਵੀ ਧਿਆਨ ਚ ਆਇਆ ਸੀ ਵੀ ਤੁਸੀਂ ਚਲਾ ਰਹੇ ਹੋ ਕੋਈ? ਜੀ, ਮੈਂ ਆਪਣੇ ਪਾਪਾ ਲਈ ਕੀਤਾ ਹੈ। ਮੈਂ ਆਪਣੇ ਪਾਪਾ ਨੂੰ ਡੈਡੀਕੇਟ ਕੀਤੀ ਹੋਈ ਐਨਜੀਓ ਕਰਤਾਰ ਐਨੀਮਲ ਵੈਲਫੇਅਰ ਐਸੋਸੀਏਸ਼ਨ। ਮੈਂ ਆਪਣੇ ਪਾਪਾ ਨੂੰ ਨਾਮ, ਉਹਦੇ ਵਿੱਚ ਅਸੀਂ ਸਿਰਫ ਅਵਾਰਾ ਗਰੀਬ ਜਿਹੜੇ ਅਪਾਹਿਜ ਉਹਨਾਂ ਪਸ਼ੂਆਂ ਦਾ ਇਲਾਜ ਕਰਾਉਂਦੇ ਆ ਜੀ। ਬਿਲਕੁਲ ਉਹਨਾਂ ਦੀ ਟੇਕ ਕੇਅਰ ਕਰਦੇ ਆ। ਗਰੀਬ ਇਸ ਕਰਕੇ ਕਿਹਾ ਵੀ ਜਿਹੜੇ ਵਿਚਾਰੇ ਗਰੀਬ ਬਾਹਰ ਘੁੰਮਦੇ ਫਿਰਦੇ। ਜੀ ਜੀ, ਗਰੀਬ ਇਸ ਕਰਕੇ ਕਿਹਾ, ਉਹ ਗਰੀਬ ਹੀ ਨੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਵੀ ਰਾਤ ਨੂੰ ਰੋਟੀ ਮਿਲਣੀ ਹੈ, ਪਾਣੀ ਵੀ ਨਹੀਂ ਮਿਲਣਾ। ਜੇ ਕੋਈ ਡਿਸਟੈਂਪਰ ਦਾ ਕੇਸ ਆ ਗਿਆ, ਉਹਨੂੰ ਇਹ ਵੀ ਨਹੀਂ ਪਤਾ ਉਹ ਫਿੱਟ ਚ ਹੀ ਮਰ ਜੂਗਾ, ਉਹਨੂੰ ਇਹ ਵੀ ਨਹੀਂ ਪਤਾ ਮੈਨੂੰ ਕੋਈ ਦਵਾਈ ਦਊਗਾ। ਉਹ ਮੇਰੇ ਲਈ ਗਰੀਬ ਨੇ। ਮੈਂਡੀ ਜੀ, ਦੇਖਦੇ ਆ ਵੀ ਤੁਹਾਡੇ ਜਿਹੜੇ ਸੋਸ਼ਲ ਮੀਡੀਆ ਦੇ ਉੱਪਰ ਤੁਹਾਡੇ ਕਲਿੱਪਸ ਆਉਂਦੇ ਆ, ਤੁਹਾਡੀ ਰੀਲਸ ਆਉਂਦੀਆਂ ਨੇਗੀਆਂ, ਉਹਨਾਂ ਦੇ ਵਿੱਚ ਤੁਸੀਂ ਹੋਰ ਵੀ ਆਰਟਿਸਟਾਂ ਨਾਲ ਕੰਮ ਕਰਦੇ ਹੋ ਜੀ। ਮਤਲਬ ਕਿਸੇ ਨਾ ਕਿਸੇ ਨੂੰ ਹੋਰ ਨਾਲ, ਜਿਸ ਤਰ੍ਹਾਂ ਮੈਂ ਪਿੱਛੇ ਜੇ ਦੇਖਿਆ ਸੀ ਤੁਹਾਡੀ ਰਣਜੀਤ ਕੌਰ ਹੈ, ਉਹਨਾਂ ਨੂੰ ਮੇਰੇ ਖਿਆਲ ਭਾਬੀ ਕਹਿੰਦੇ ਆ, ਕਿਹੜੀ ਕਹਿੰਦੇ ਆ ਮੈਨੂੰ ਨਹੀਂ ਪਤਾ, ਚੁੰਮਿਆਂ ਵਾਲੀ ਜੀ। ਤੁਹਾਡੇ ਤੱਕ ਪਹੁੰਚੇ ਨਹੀਂ ਨਾ ਚੁੰਮੇ, ਤਾਂ ਕਰਕੇ ਤੁਹਾਨੂੰ ਨਾਮ ਹੀ ਨਹੀਂ ਪਤਾ। ਹਾਂਜੀ, ਸਾਡੇ ਤੱਕ ਤਾਂ ਨਹੀਂ ਪਹੁੰਚਿਆ ਜੀ, ਨਹੀਂ ਪਹੁੰਚਣੇ ਚਾਹੀਦੇ ਆ। ਧੰਨਵਾਦ। ਤੁਹਾਡਾ ਕੀ ਮਾੜਾ ਕਰਤਾ ਉਹਨਾਂ ਨੇ? ਪਿਆਰ ਵੰਡ ਰਹੇ ਅਗਲੇ, ਕੋਈ ਇਹ ਤਾਂ ਨਹੀਂ ਕਹਿੰਦੇ ਵੀ ਹਥਿਆਰ ਵੰਡ ਰਹੇ ਆ, ਪਿਆਰ ਵੰਡ ਰਹੇ ਆ। ਕੀ ਮਾੜਾ ਹੋ ਗਿਆ? ਇਹ ਕਿਹੜਾ ਪਿਆਰ ਵੰਡਣਾ ਹੋਇਆ? ਕਿਹੜਾ ਸਮਾਜ ਹੋਇਆ ਵੀ? ਮੈਂ ਹੁਣੇ ਤੁਹਾਨੂੰ ਦੱਸਦੀ ਆ, ਉਹਦੇ ਚੁੰਮੇ ਵੰਡਣ ਤੇ ਤੁਹਾਨੂੰ ਇੰਨੀ ਆਬਜੈਕਸ਼ਨ ਬਿਕਨੀ ਪਾਉਣ ਵਾਲੀਆਂ ਤੇ ਨਹੀਂ ਹੋ ਸਕਦੀ। ਉਹਨਾਂ ਨੂੰ ਰੋਕੋ ਪਹਿਲਾਂ। ਉੱਥੇ ਸਾਡਾ ਦੇਖੋ, ਉਹ ਬਿਕਨੀ ਪਾਉਂਦੀਆਂ ਨੇਗੀਆਂ ਬੰਬੇ ਜਾਂ ਸਾਡੀਆਂ ਫਿਲਮਾਂ ਦੇ ਵਿੱਚ ਆਉਂਦੀਆਂ ਨੇ, ਉਹਨਾਂ ਨੂੰ ਨਹੀਂ ਦੇਖਾਂਗੇ ਅਸੀਂ। ਇਹ ਸਾਡੇ ਪੰਜਾਬੀ ਸੱਭਿਆਚਾਰ ਦਾ ਨਹੀਂ ਨਾ ਕੋਈ ਅੰਗ ਨਹੀਂ ਹੈ ਨਾ। ਖੈਰ ਦੇਖੋ, ਸੱਭਿਆਚਾਰ ਦੇ ਨਾਲ ਚੁੰਮਿਆਂ ਨੂੰ ਨਾ ਜੋੜੋ। ਸੱਭਿਆਚਾਰ ਨੂੰ ਉਹਨਾਂ ਨੇ ਕੁਝ ਨਹੀਂ ਕਿਹਾ, ਉਹ ਤਾਂ ਚੁੰਮੇ ਵੰਡ ਰਹੇ, ਪਿਆਰ ਹੈ। ਮੈਂ ਕਹੂੰਗੀ ਹੋਰ ਵੰਡੋ ਜਿੰਨਾ ਵੰਡ ਸਕਦੇ ਹੋ। ਨਾਲੇ ਮੈਨੂੰ ਕਿਸੇ ਤੁਹਾਨੂੰ ਗੱਲਾਂ ਦੇ ਵਿੱਚ ਨਹੀਂ ਜਿੱਤ ਸਕਦਾ ਕੋਈ। ਤੁਸੀਂ ਆਪ ਹੀ ਮੰਨ ਕੇ ਫਿਰ ਹੁਣ ਮੈਂ ਅੱਗੇ ਕੁਝ ਕਹਿਣਾ। ਹਾਂ, ਮੈਂ ਬਿਲਕੁਲ ਇਸ ਚੀਜ਼ ਨੂੰ ਉਹ ਕਰਦਾ ਕਿਉਂਕਿ ਕਰਤਾਰ ਰਮਲਾ ਜੀ ਔਰ ਪਰਮਜੀਤ ਸੰਧੂ ਦੀ ਤੁਸੀਂ ਵੱਡੀ ਬੇਟੀ ਹੋ, ਤੇ ਅੱਜ ਤੁਹਾਡੇ ਨਾਲ ਇੰਟਰਵਿਊ ਕਰਦੇ ਹੋਏ ਮਤਲਬ ਮੈਨੂੰ ਵੀ ਲੱਗਿਆ ਕਿਤੇ ਨਾ ਕਿਤੇ ਵੀ ਸ਼ਾਇਦ ਜਿਹੜੀ ਗੱਲ ਸੁਣੀ ਸੀ ਉਹ ਵਾਕਈ ਹੀ ਸੱਚ ਹੈਗੀ ਵੀ, ਕਿਉਂਕਿ ਤੁਹਾਡੇ ਮੰਮਾ ਨੇ ਮੈਨੂੰ ਪਹਿਲਾਂ ਕਿਹਾ ਸੀਗਾ ਵੀ ਇਹ ਕਿਤੇ ਤੁਹਾਡੀ ਇੰਟਰਵਿਊ ਨਾ ਕਰ ਲੈਣ। ਤੁਸੀਂ ਫਿਰ ਇਹ ਕਹਿ ਦਿਓ ਕਿ ਇਧਰੋਂ ਇੰਟਰਵਿਊ ਹੋਈ ਹੈ ਆਰਡੀ ਬੱਬੀ ਜੀ ਦੀ। ਜੀ ਚਲੋ ਠੀਕ ਹੈ। ਤੇ ਹੁਣ ਆਪਾਂ ਇੰਟਰਵਿਊ ਵੱਲ ਹੀ ਆਨੇ ਆ। ਪੰਜਾਬੀ ਸੱਭਿਆਚਾਰ ਦੇ ਇੱਕ ਰੰਗ ਸੀਗਾ ਮੇਲੇ, ਸੱਭਿਆਚਾਰਕ ਮੇਲੇ ਜੀ। ਅੱਜ ਤੋਂ 15 ਸਾਲ ਪਹਿਲਾਂ, 20 ਸਾਲ ਪਹਿਲਾਂ ਹਰ ਪਿੰਡ, ਹਰ ਸ਼ਹਿਰ ਦੇ ਵਿੱਚ ਵਧੀਆ ਤਰੀਕੇ ਨਾਲ ਮੇਲੇ ਲੱਗਦੇ ਸੀ। ਬਿਲਕੁਲ ਬਿਲਕੁਲ। ਉਹਨਾਂ ਦਾ ਅਲੋਪ ਹੋਣ ਦਾ ਕਾਰਨ ਲੋਕ ਜਿਹੜੇ ਨਵੇਂ ਗੀਤ ਆ ਰਹੇ ਉਹ, ਕਿਉਂਕਿ ਹੁਣ ਮੇਲੇ 'ਚ ਸਿਰਫ ਉਹ ਸਾਧ ਸੰਗਤ ਜਾਂਦੀ ਹੈ ਜਿਹੜੇ ਉੱਥੋਂ ਦੇ ਲੋਕਲਸ ਨੇ ਜੀ। ਬਾਹਰੋਂ ਪਹਿਲਾਂ ਮੇਲਾ ਭਰਦਾ ਸੀ, ਲੋਕਾਂ ਨੂੰ ਕਰੇਜ਼ ਹੁੰਦਾ ਸੀ। ਹੁਣ ਲੋਕਾਂ ਨੂੰ ਕਰੇਜ਼ ਹੈ, ਸਾਰਾ ਦਿਨ ਫੋਨ 'ਚ ਬਿਜ਼ੀ ਇੰਨੇ ਨੇ, ਉਹ ਮੇਲਾ ਹੀ ਫੋਨ ਤੇ ਦੇਖ ਲੈਂਦੇ ਆ ਤੇ ਮੇਲੇ 'ਚ ਉਹਨਾਂ ਨੇ ਜਾਣਾ ਹੀ ਕਿਉਂ? ਯਾ ਦਿਸ ਇਜ਼ ਦ ਰੀਜ਼ਨ, ਟੈਕਨੋਲੋਜੀ। ਤੁਹਾਡੇ ਫਾਦਰ ਸਾਹਿਬ ਇਸ ਇੰਡਸਟਰੀ ਦੇ ਬਹੁਤ ਧਨਾਂਤਰ ਗਾਇਕ ਰਹੇ ਆ ਜੀ। ਉਹਨਾਂ ਦੀ ਯਾਦ ਦੇ ਵਿੱਚ ਵੀ ਮੈਂ ਸੁਣਿਆ ਫਰੀਦਕੋਟ ਕੋਈ ਮੇਲਾ ਹੋਇਆ ਸੀਗਾ ਜੀ। ਬਿਲਕੁਲ ਹੋਇਆ। ਤੇ ਉਹਦੇ ਬਾਰੇ ਕੀ ਪਰਿਵਾਰ ਨੂੰ ਇਨਵਾਈਟ ਕੀਤਾ, ਪਰਿਵਾਰ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਗਿਆ? ਹਾਂਜੀ, ਲੋਕ ਰੰਗ ਮੰਚ ਵੱਲੋਂ ਪਾਪਾ ਦਾ ਮੇਲਾ ਕਰਾਇਆ ਸੀ। 15ਵਾਂ ਮੇਲਾ ਸੀ, ਲੇਕਿਨ ਮੇਰੇ ਪਾਪਾ ਦਾ ਪਹਿਲਾ ਮੇਲਾ ਸੀ। 15ਵਾਂ ਤਾਂ ਸੀ, ਉਦੋਂ ਪਹਿਲਾਂ ਵੀ ਉਸਤਾਦ ਲੋਕਾਂ ਦੇ ਮੇਲੇ ਉਹਨਾਂ ਨੇ ਕਰਵਾਏ ਨੇ, ਔਰ ਇਹ ਬਹੁਤ ਵਧੀਆ ਉਪਰਾਲਾ ਸੀ। ਔਰ ਉੱਥੇ ਮੌਨ ਵੀ ਰਖਾਇਆ ਗਿਆ ਤੇ ਉਹਨਾਂ ਨੇ ਇੱਕ ਅਨਾਉਂਸਮੈਂਟ ਵੀ ਕੀਤੀ ਹੈ ਕਿ ਆਉਂਦੀ ਜਿੰਨੇ ਵੀ ਮੇਲੇ ਹੋਣਗੇ ਕਰਤਾਰ ਰਮਲਾ ਜੀ ਨੂੰ ਡੈਡੀਕੇਟ ਹੋਣਗੇ। ਔਰ ਅਸੀਂ ਉੱਥੇ ਗਏ, ਮੈਨੂੰ ਐ ਲੱਗ ਰਿਹਾ ਸੀ ਜਦੋਂ ਮੈਂ ਪਾਪਾ ਦਾ ਗਾਣਾ ਗਾਇਆ ਔਰ ਮੈਨੂੰ ਇੱਕ ਲੋਰ ਆਈ, ਮੈਨੂੰ ਐ ਲੱਗ ਰਿਹਾ ਸੀ ਕਿ ਮੇਰੇ ਪਾਪਾ ਮੇਰੇ ਸਾਹਮਣੇ ਬਹਿ ਕੇ ਮੈਨੂੰ ਐਪਰੀਸ਼ੀਏਟ ਕਰ ਰਹੇ ਆ ਵੀ ਤੂੰ। ਔਰ ਉਹਨਾਂ ਨੂੰ ਮੈਂ ਯਾਦ ਹੀ ਰੱਖਣਾ ਹੈ, ਉਹਨਾਂ ਦੀ ਵਿਰਾਸਤ ਅੱਗੇ ਜਾਊਗੀ। ਲੋਕੀ ਕਹਿੰਦੇ ਮੁੰਡੇ ਲੈ ਕੇ ਜਾਣਗੇ, ਹੋ ਸਕਦਾ ਬੀਇੰਗ ਅ ਡਾਟਰ ਮੈਂ ਉਹਨਾਂ ਦੀ ਵਿਰਾਸਤ ਨੂੰ ਅੱਗੇ ਲੈ ਕੇ ਜਾਊਂਗਾ।
ਬਹੁਤ ਬਹੁਤ ਹੀ ਵਧੀਆ ਤੁਹਾਡੀ Thank you. ਆਉਣ ਵਾਲੇ ਸਮੇਂ ਦੇ ਵਿੱਚ ਕੀ ਕਰ ਰਹੇ ਹੋ ਨਵਾਂ? ਜੋ ਕੀ ਕਹਿੰਦੇ ਨੇ ਸਮੇਂ ਦੇ ਹਿਸਾਬ ਨਾਲ ਕਰਾਂਗੇ। ਦੇਖੋ ਹੁਣ ਸਰਕਾਰ ਕੀ ਕਰਦੀ ਹੈ, ਉਸ ਦੇ ਹਿਸਾਬ ਨਾਲ ਅਸੀਂ ਕਰਾਂਗੇ। ਸਰਕਾਰ ਤਾਂ ਚਲੋ 2 ਦਿਨਾਂ ਨੂੰ 4 ਦਿਨਾਂ ਨੂੰ ਬਣ ਜਾਣੀ ਹੈਗੀ, ਲੇਕਿਨ ਤੁਹਾਡੇ ਮਨ ਦੇ ਵਲਵਲੇ ਸੋਲੋ ਗਾਇਕੀ ਨੂੰ ਜਾਰੀ ਰੱਖੋਗੇ, ਡਿਊਟ ਵੱਲ ਆਓਗੇ? ਮੈਂ ਡਿਊਟ ਕਰ ਰਹੀ ਹਾਂ ਸੁਖਦੀਪ ਬੱਗਾ ਜੀ ਦੇ ਨਾਲ। ਮੈਂ ਆਪਣੇ ਪਾਪਾ ਦਾ ਹੀ ਡਿਊਟ ਕਰ ਰਹੀ ਹਾਂ, ਟੇਪ ਬਾਜੀ ਦੀ ਫੋੜ ਤੋਂ ਆਵੇ ਜੀ। ਔਰ ਉਹਨਾਂ ਦੇ ਫਾਦਰ ਸਾਹਿਬ ਸੁਖਵਿੰਦਰ ਬੱਗਾ ਜੀ, ਜਿਨ੍ਹਾਂ ਦੇ ਗਾਣੇ ਪਾਪਾ ਨੇ ਬਹੁਤ ਗਾਇਆ ਜੀ। ਤੇ ਮੈਨੂੰ ਇਹ ਓਪਰਚੁਨਿਟੀ ਮਿਲੀ ਆ। ਅਲੀ ਮੇਰਾ ਬਹੁਤ ਅੱਛਾ ਫਰੈਂਡ ਆ, ਉਹਨਾਂ ਨੇ ਮੈਨੂੰ ਫੌਰਨ ਤੋਂ ਫੋਨ ਕੀਤਾ, ਅਲੀ ਜੀ ਨੇ। ਔਰ ਉਹਨਾਂ ਦੇ ਫਾਦਰ ਸਾਹਿਬ ਕ੍ਰਿਸ਼ਨ ਜੀ ਮੇਰੇ ਪਾਪਾ ਨਾਲ ਮਿਊਜ਼ੀਸ਼ੀਅਨ ਐਜ਼ ਅ ਮਿਊਜ਼ੀਸ਼ੀਅਨ ਬਹੁਤ ਗਏ ਆ। ਉਹਨਾਂ ਨੇ ਮੈਨੂੰ ਕਾਲ ਕੀਤਾ ਕਿ ਮੈਂਡੀ ਇਦਾਂ ਕਰਕੇ ਡਿਊਟ ਆ, ਸੁਖਦੀਪ ਨਾਲ ਤੁਸੀਂ ਗੱਲ ਕਰੋ, ਇੱਕ ਵਾਰੀ ਚੰਗਾ ਲੱਗੇ ਗਾ ਲਿਓ। ਪਰ ਸੁਖਦੀਪ ਜੀ ਨਾਲ ਮਿਲ ਕੇ ਇੱਕ ਫੈਮਿਲੀ ਵਾਲੀ ਫੀਲਿੰਗ ਆਈ। ਉਹਨਾਂ ਦੇ ਵਾਈਫ ਬਹੁਤ ਅੱਛੇ ਨੇ ਨਾ, ਬੱਚੇ ਬਹੁਤ, ਮਤਲਬ ਉਹਨਾਂ ਦਾ ਬੜਾ ਫੈਮਿਲੀਅਰ ਜਿਹਾ ਨੇਚਰ ਆ। ਸਾਨੂੰ ਉਹਨਾਂ ਨਾਲ ਲੱਗਿਆ ਹੀ ਨਹੀਂ ਕਿ ਮੈਂ ਥਰਡ ਪਰਸਨ ਨਾਲ ਕੰਮ ਕਰ ਰਹੀ ਹਾਂ। ਫਿਰ ਅਸੀਂ ਕਿਹਾ ਵੀ ਚਲੋ ਪਹਿਲੀ ਸ਼ਰਧਾਂਜਲੀ ਮੈਂ ਪਾਪਾ ਨੂੰ ਦੇਣੀ ਹੈ। ਉਹਨਾਂ ਨੇ ਕੁਇਕਲੀ ਐਕਸੈਪਟ ਕੀਤੀ ਉਹ ਚੀਜ਼। ਫਿਰ ਅਸੀਂ ਪਾਪਾ ਦਾ ਹੀ ਗਾਣਾ ਕਰ ਰਹੇ ਹਾਂ। ਮੈਂ ਡਿਊਟ ਨੂੰ ਲੈ ਕੇ ਆਉਂਗੀ ਕਿ ਮੇਰੀ ਜਿਹੜੀ ਤਮੰਨਾ ਹੈ, ਮੈਂ ਇੱਕ ਛੋਟੀ ਜਿਹੀ 3 ਮਿੰਟ ਦੀ ਸੀ ਸ਼ੂਟਿੰਗ ਦੇ ਦੌਰਾਨ ਇੱਕ ਮੂਵੀ ਬਣਾਈ ਸੀਗੀ, ਜਟਾਣੀ ਦਰਾਣੀ ਦੀ ਰਜਾਈ, ਉਹੀ ਲੜਾਈ, ਰਜਾਈ ਨਹੀਂ ਲੜਾਈ, ਉਹੀ ਰਣਜੀਤ ਕੌਰ ਭਾਬੀ ਜੀ ਨਾਲ, ਚੁੰਮਿਆਂ ਵਾਲਿਆਂ ਨਾਲ। ਤੇ ਉਹ ਮੈਨੂੰ ਐ ਲੱਗਦਾ ਮੈਂ ਕਾਮੇਡੀ ਮੂਵੀਜ਼ ਕਰਨਾ ਚਾਹੁੰਦੀ ਹਾਂ ਐਟ ਨੈਕਸਟ ਇਨ ਫਿਊਚਰ। ਜੀ। ਤੁਸੀਂ ਪਹਿਲਾਂ ਵੀ ਗੱਲ ਕੀਤੀ ਸੀ ਐਕਟਿੰਗ ਬਾਰੇ, ਜੀ। ਕੋਈ ਆਫਰਸ ਆਈ ਕੋਈ ਫਿਲਮਾਂ ਵੱਲੋਂ ਜਾਂ ਕਿਸੇ ਕਮੇਡੀ ਸ਼ੋਅ ਵੱਲੋਂ ਜਾਂ ਕੋਈ ਹੋਰ ਇਸ ਤਰ੍ਹਾਂ ਦੀ? ਦੇਖੋ ਆਫਰਸ ਹੈ, ਆਪਾਂ ਵੀ ਆਰ ਕੀਪ ਔਨ ਵਰਕਿੰਗ ਐਂਡ ਵੀ ਆਰ ਹਾਰਡ ਵਰਕਿੰਗ, ਔਰ ਹੌਲੀ ਹੌਲੀ ਲੋਕਾਂ ਤੱਕ ਉਹ ਚੀਜ਼ ਪਹੁੰਚੂਗੀ। ਮੈਨੂੰ 2 ਮੂਵੀਜ਼ ਬੈਕ ਟੂ ਬੈਕ ਆਫਰ ਹੋਈਆਂ ਨੇ। ਇੱਕ ਬਹੁਤ ਅੱਛਾ ਕਨਸੈਪਟ ਸੀਗਾ, ਉਹ ਥੋੜਾ ਜਿਹਾ ਅਕੋਰਡਿੰਗ ਟੂ Amazon ਤੇ ਜਾਣਾ, ਥੋੜਾ ਜਿਹਾ ਪੰਜਾਬ ਦੇ ਅਕੋਰਡਿੰਗ ਥੋੜਾ ਜ਼ਿਆਦਾ ਬੋਲਡ ਹੋ ਜਾਊਗਾ। ਇਸ ਕਰਕੇ ਮੈਂ ਹਲੇ ਉਹ ਸਟੈਂਡ ਬਾਈ ਕੀਤਾ। ਦੇਖੋ ਇਨਸ਼ਾਅੱਲਾ ਜੇ ਬਾਬਾ ਜੀ ਨੇ ਚਾਹਿਆ ਤਾਂ ਕੀ ਪਤਾ ਗੱਲ ਬਣ ਜਾਵੇ। ਮੈਂਡੀ ਜੀ ਵਿਆਹ ਬਾਰੇ ਕੀ ਖਿਆਲ ਹੈ? ਕਿਹਦੇ ਨਾਲ? ਕਿਸੇ ਮੁੰਡੇ ਨਾਲ? ਕਿਉਂ ਇਹ ਜ਼ਰੂਰੀ ਕਿਉਂ? ਕਿਉਂਕਿ ਤੁਹਾਡੀ ਜਿਹੜੇ ਵੀ ਤੁਹਾਡੇ ਸੋਸ਼ਲ ਮੀਡੀਆ ਦੇ ਉੱਪਰ ਗੱਲਾਂ ਚੱਲਦੀਆਂ ਉਹਤੇ ਕਿਤੇ ਨਾ ਕਿਤੇ ਦੇਖਦੇ ਆ ਵੀ ਉਹਦੇ ਤੇ ਜਿਹੜੇ ਕਮੈਂਟਸ ਹੁੰਦੇ ਨੇ ਉਹ ਵਿਆਹ ਬਾਰੇ ਲੋਕੀ ਬੜਾ ਤੁਹਾਨੂੰ ਪੁੱਛਦੇ ਰਹਿੰਦੇ ਆ। ਉਹਨਾਂ ਦੇ ਪੁੱਛਣ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਮੈਨੂੰ ਵਿਆਹ ਲਈ ਵੀ ਉਹ ਲੋਕ ਕਹੀ ਜਾਂਦੇ ਨੇ ਜਿਹੜੇ ਅੱਧੀ ਲਵ ਮੈਰਿਜਸ ਕਰਕੇ ਅੱਧੀ ਉਮਰ 'ਚ ਹੀ ਡਿਵੋਰਸ ਹੀ ਹੋਈ ਬੈਠੇ ਆ। ਉਹ ਕਹਿ ਰਹੇ ਨੇ ਜਿਨ੍ਹਾਂ ਦੇ ਹਸਬੈਂਡਸ ਤੇ ਐਕਸਟਰਾ ਮੈਰਿਟਲ ਅਫੇਅਰ ਨੇ, ਉਹ ਕਹਿ ਰਹੇ ਨੇ ਜਿਨ੍ਹਾਂ ਦੇ ਆਪਣੇ ਘਰ ਉੱਜੜ ਗਏ। ਆਮ ਸੌਰੀ ਟੂ ਸੇ, ਉਹਨਾਂ ਦੇ ਘਰ ਆਪਣੇ ਵਸੇ ਨਹੀਂ ਲੇਕਿਨ ਮੇਰਾ ਘਰ ਵਸਾਉਣਾ ਚਾਹੁੰਦੇ। ਉਹਨਾਂ ਨੂੰ ਦੇਖ ਕੇ ਮੈਨੂੰ ਵਧੀਆ ਅਕਲ ਆਈ ਕਿ ਵਿਆਹ ਨਹੀਂ ਬੰਦੇ ਨੂੰ ਕਰਾਉਣਾ ਚਾਹੀਦਾ। ਸਿੰਪਲ ਇਜ਼ ਦੈਟ। ਕਿਉਂਕਿ ਜਿੰਨਾ ਚਿਰ ਤੁਸੀਂ ਮੈਂਟਲੀ ਪ੍ਰੀਪੇਅਰਡ ਨਹੀਂ ਹੋ ਤੁਸੀਂ ਗ੍ਰਸਤੀ ਨੂੰ ਅੱਗੇ ਨਹੀਂ ਲੈ ਕੇ ਜਾ ਸਕਦੇ। ਕਿਉਂਕਿ ਮੈਰਿਜ ਇਜ਼ ਨਾਟ ਅਬਾਊਟ physical. Marriage is not all about spending time. It is all about spending life. So ਜੇ ਤੁਸੀਂ ਆਪਣੀ ਲਾਈਫ 'ਚ ਗਲਤ ਲਾਈਫ ਪਾਰਟਨਰ ਚੁਣ ਕੇ ਬਾਅਦ 'ਚੋਂ ਪਰੇਸ਼ਾਨ ਹੋ, ਉਹਨੂੰ ਛੱਡ ਰਹੇ ਹੋ, ਇਦੋਂ ਬੈਟਰ ਹੈ ਤੁਸੀਂ ਵਿਆਹ ਨਾ ਕਰਾਓ। ਮੈਂ ਵਿਆਹ ਦੇ ਖਿਲਾਫ ਨਹੀਂ ਆ, ਲੇਕਿਨ ਮੈਂ ਲੋਕਾਂ ਦੇ ਕੁਝ ਐਕਸਪੀਰੀਅੰਸ ਬੈਡ ਦੇਖ ਕੇ ਮੈਂ ਥੋੜਾ ਚੰਗੇ ਮਾੜੇ ਦਾ ਪਤਾ ਤਾਂ ਉਹ ਕਹਿੰਦੇ ਨਾ ਪਹਿਲੇ ਇਸਤੇਮਾਲ ਕਰੋ ਫਿਰ ਵਿਸ਼ਵਾਸ ਕਰੋ। ਮੈਂ ਇਸਤੇਮਾਲ ਕਿਸੇ ਨੂੰ ਕਿਉਂ ਕਰਾਂ? ਵਿਸ਼ਵਾਸ ਕਰਨ ਲਈ ਮੈਂ ਪਹਿਲਾਂ ਇਸਤੇਮਾਲ ਹੀ ਕਿਉਂ ਕਰਾਂ? ਚੰਗੇ ਮਾੜੇ ਦਾ ਪਤਾ ਫਿਰ ਹੀ ਲੱਗੂਗਾ ਜਦੋਂ ਕਿਸੇ ਨਾਲ ਵਿਆਹ ਕਰਵਾਇਆ ਆਪਾਂ। ਮੈਂ ਤੁਹਾਨੂੰ ਅੱਜ ਦਾ ਜਿਹੜਾ ਯੁੱਗ ਹੈ ਇਹਦੀ ਤੁਸੀਂ ਮੇਰੇ ਤੋਂ ਅੱਜ ਭਵਿੱਖਬਾਣੀ ਲੈ ਲਓ, ਤੁਸੀਂ ਮੇਰੇ ਤੋਂ ਚਾਹੇ ਆਉਣ ਵਾਲੇ ਸਮੇਂ ਦਾ ਪਤਾ ਕਰ ਲਓ। ਮੈਨੂੰ ਇੰਨਾ ਪਤਾ ਕਿ ਆਉਣ ਵਾਲੇ ਟਾਈਮ 'ਚ ਬਹੁਤ ਯੰਗ ਜਨਰੇਸ਼ਨ ਵਿਆਹ ਨਹੀਂ ਕਰਾਊਗੀ, ਕਿਉਂਕਿ ਮੈਂ ਹੁਣ ਕੀ ਕਵਾਂ, ਇਹ ਜਨਰੇਸ਼ਨ ਬਹੁਤ ਚੇਂਜ ਹੋ ਚੁੱਕੀ ਹੈ। ਉਹਨਾਂ ਨੂੰ ਪਤਾ ਲੱਗ ਗਿਆ ਕਿ ਵਿਆਹ ਉਦੋਂ ਕਰਾਓ ਜਦੋਂ ਤੁਸੀਂ ਮੈਂਟਲੀ ਪ੍ਰੀਪੇਅਰਡ ਹੋ ਜਾਂ ਜਦੋਂ ਤੁਸੀਂ ਆਪਣੀ ਰਿਸਪੌਂਸਿਬਿਲਿਟੀ ਨਿਭਾ ਸਕਦੇ ਹੋ। ਨਾਲੇ ਮੈਨੂੰ ਨਹੀਂ ਪਤਾ ਤੁਸੀਂ ਬਾਲੀਵੁੱਡ ਜਾਓ ਜਾਂ ਪੋਲੀਵੁੱਡ ਜਾਓ, ਕਿਸੇ ਨੇ 2 ਵਿਆਹ ਕਰਾਏ ਨੇ ਜੀ, ਕਿਸੇ ਨੇ 1 ਵੀ ਨਹੀਂ ਕਰਾਇਆ ਜੀ। ਕਿ ਕਬੀਰ ਬੇਦੀ ਜੀ ਵਰਗਿਆਂ ਨੇ ਹਲੇ ਤੱਕ ਵਿਆਹ ਕਰਾ ਕੇ ਬੱਚੇ ਪੈਦਾ ਕਰ ਰਹੇ ਹਨ ਤੇ ਕਈ ਬੰਦਿਆਂ ਨੇ ਬੱਚੇ ਵੀ ਪੈਦਾ ਨਹੀਂ ਕੀਤੇ। ਕੋਈ ਸੈਰੋਗੇਸੀ ਨਾਲ ਮਦਰ ਬਣਦਾ ਕਿ ਮੈਂ ਆਪਣਾ ਫਿਗਰ ਖਰਾਬ ਨਹੀਂ ਕਰਨਾ, ਹਨਾ, ਕੋਈ ਐਗ ਫਰੀਜ਼ ਕਰਾਉਂਦਾ, ਠੀਕ ਹੈ, ਕੋਈ ਬਿਕਨੀ ਪਾ ਕੇ ਖੁਸ਼ ਹੈ ਤੇ ਕੋਈ ਸਾੜੀ 'ਚ ਆਪਣੇ ਆਪ ਨੂੰ। ਯੋਰ ਬੋਡੀ ਯੋਰ ਚੋਇਸ, ਯੋਰ ਲਾਈਫ ਯੋਰ ਚੋਇਸ। ਸੋ ਆਈ ਐਮ ਨਾਟ ਅਗੇਂਸਟ ਮੈਰਿਜ ਬਟ ਆਈ ਐਮ ਯੈਟ ਨਾਟ ਪ੍ਰੀਪੇਅਰਡ ਫॉर ਮੈਰਿਜ। ਲੋਕਾਂ ਨੂੰ ਲੱਗਦਾ ਛੱਡਿਆ ਹੋਣਾ, ਡਿਵੋਰਸ ਹੋ ਗਿਆ ਹੋਣਾ, ਵਿਆਹਿਆ ਹੀ ਨਹੀਂ ਹੋਣਾ, ਤਾਂ ਇਦਾਂ ਦਾ ਕੁਝ ਨਹੀਂ ਹੈ। ਰਿਸ਼ਤੇ ਵਧੀਆ ਬਹੁਤ ਆਏ ਹੋਣਗੇ ਲੇਕਿਨ ਮੈਂ ਸ਼ਾਦੀ ਹੀ ਨਹੀਂ ਕਰਨਾ ਚਾਹੁੰਦੀ, ਬਿਕੋਜ਼ ਮੈਂ ਇੱਕ ਸੇਵਕ ਬਣ ਚੁੱਕੀ ਹਾਂ, ਆਲਮੋਸਟ ਸੇਵਾਦਾਰਨੀ ਆਪਣੀ ਮੰਮੀ ਹੋਣਾ ਦੀ, ਆਪਣੀ ਫੈਮਿਲੀ ਦੀ, ਆਪਣੀ ਕਹਿੰਦੇ ਨੇ ਡੌਗਸ ਦੀ, ਕਹਿ ਲਓ ਕਿ ਮੇਰੀਆਂ ਐਨਜੀਓਜ਼ ਨੇ। ਹੁਣ ਮੈਂ ਕਿਸੇ ਹੋਰ ਮਾਰਗ ਤੇ ਤੁਰ ਚੁੱਕੀ ਹਾਂ। ਆਉਣ ਵਾਲੇ ਸਮੇਂ ਦੇ ਵਿੱਚ ਇਹ ਚੀਜ਼ ਔਨ ਰਿਕਾਰਡ ਪਈ ਹੈ, ਤੁਸੀਂ ਜੋ ਬੋਲਿਆ ਆਉਣ ਵਾਲੇ ਸਮੇਂ 'ਚ ਤੁਸੀਂ ਵੀ ਇੱਥੇ ਮੈਂ ਵੀ ਇੱਥੇ। ਮੈਨੂੰ ਕਿੰਨੇ ਪੰਡਤਾਂ ਨੇ ਚੈਲੰਜ ਕਰਤਾ ਇਹ ਸਾਲ ਮੈਂਡੀ ਤੇਰੀ ਸ਼ਾਦੀ ਹੋ ਜਾਏਗੀ, ਬਟ ਉਹਨਾਂ ਦੀ ਭਵਿੱਖਬਾਣੀ ਫੇਲ ਹੋ ਗਈ। ਤੁਸੀਂ ਮਤਲਬ ਨਹੀਂ ਕਰਾਉਣਾ। 1-2 ਚੀਜ਼ਾਂ ਹੈਗੀਆਂ, ਜਾਂ ਤਾਂ ਹਰ ਇਨਸਾਨ ਕਹਿੰਦਾ ਵੀ ਮੈਂ ਆਪਣੇ ਆਪ ਨੂੰ ਸੈੱਟ ਹੋ ਜਾਵਾਂ, ਆਪਣੇ ਆਪ ਨੂੰ ਮੈਂ ਉਸ ਬਲਬੂਤੇ ਤੇ ਨਹੀਂ ਪਹੁੰਚਿਆ ਜਿੱਥੇ ਮੈਂ ਜਾਣਾ ਚਾਹੁੰਦਾ, ਉਸ ਤੋਂ ਬਾਅਦ ਮੈਰਿਜ ਦੀ ਸੋਚਾਂਗੇ। ਲੇਕਿਨ ਤੁਸੀਂ ਇਹ ਗੱਲ ਕਹਿ ਰਹੇ ਹੋ ਵੀ ਮੈਂ ਬਿਲਕੁਲ ਨਹੀਂ ਕਰਵਾਉਣਾ।
ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਮੈਂ ਨਹੀਂ ਵਿਆਹ ਕਰਾਉਣਾ, ਇਹਦੇ ਵਿੱਚ ਕੋਈ ਆਪਾਂ ਇੱਕ ਦੂਜੇ ਨਾਲ ਕਾਊਂਟਰ ਨਹੀਂ ਕਰਨਾ ਹੈ। ਮੇਰੇ ਲਈ ਰਿਸ਼ਤੇ ਲੈ ਕੇ ਮੇਰੇ ਪਿੱਛੇ ਫਿਰੀ ਜਾਂਦੇ ਕਈ ਲੋਕ, ਤਾਂ ਕਰਾਓ ਜੀ ਕਰਾਓ। ਮੈਨੂੰ ਜਿਮ ਜਾਣੀ ਟਾਰਗੇਟ ਕਰ ਲੈਂਦੇ, ਨਹੀਂ ਮੇਰੇ ਤੂੰ ਪਹਿਲੇ ਸ਼ਾਦੀ कराएगी ਮੈਂਡੀ, ਨਹੀਂ ਤੇਰੀ ਤਾਂ ਸ਼ਾਦੀ ਹੋ ਕੇ ਰਹੇਗੀ, ਲੈ ਕੋਈ ਅੱਛਾ ਮਿਲੇਗਾ ਤਾਂ ਹਮ ਤੇਰੀ ਸ਼ਾਦੀ ਜ਼ਰੂਰ ਕਰਾਂਗੇ। ਇਹ ਤੁਸੀਂ ਨਹੀਂ ਤੈਅ ਕਰਨਾ ਜੀ। ਮੈਨੂੰ ਕਲਕੀ ਕੋਚਲਿਨ, ਸ਼ੀ ਇਜ਼ ਅ ਸਟਾਰ ਫਰਮ ਬਾਲੀਵੁੱਡ, ਦੀ ਗੱਲ ਅੱਛੀ ਲੱਗੀ। ਕਹਿੰਦੇ ਮੈਂ 25 ਚ ਲੋਕਾਂ ਦੀ ਗੱਲ ਸੁਣ ਕੇ ਵਿਆਹ ਕਰਾਇਆ ਜੀ, ਉਹਨਾਂ ਲੋਕਾਂ ਦੀ ਹੀ ਗੱਲ ਸੁਣ ਕੇ ਜਦੋਂ ਮੈਂ ਵਿਆਹ ਕਰਾਇਆ ਤਾਂ 28 ਚ ਮੇਰਾ ਤਲਾਕ ਹੋਇਆ। ਉਦੋਂ ਵੀ ਉਹੀ ਲੋਕ ਸੀਗੇ, ਉਹੀ ਲੋਕ ਸੀ। ਸੋ ਮੈਂ ਲੋਕਾਂ ਪਿੱਛੇ ਨਹੀਂ ਲੱਗਣਾ। ਮੇਰਾ ਲਾਈਫ ਮੇਰੀ ਡਿਸੀਜਨ ਹੈ, ਬਹੁਤ ਅੱਛੀ ਲਾਈਫ ਚੱਲ ਰਹੀ ਹੈ, ਮੈਂ ਇਹਨੂੰ ਸਮੂਥਲੀ ਲੈ ਕੇ ਚੱਲ ਰਹੀ ਹਾਂ, ਬਹੁਤ ਪੋਜ਼ਿਟਿਵਲੀ ਲੈ ਕੇ ਚੱਲ ਰਹੀ ਹਾਂ, ਔਰ ਮੈਡੀਟੇਸ਼ਨ ਨਾਲ ਅੱਗੇ ਵਧ ਰਹੀ ਹਾਂ। ਪਾਪਾ ਮੇਰੇ ਨਾਲ ਨੇ, ਬਾਕੀ ਮੈਨੂੰ ਕਿਸੇ ਚੀਜ਼ ਦੀ ਥੋੜ ਹੀ ਨਹੀਂ। ਮੈਂਡੀ ਜੀ, ਗੱਲਾਂ ਦੇ ਵਿੱਚ ਨਹੀਂ ਪਤਾ ਲੱਗਿਆ ਸਮੇਂ ਦਾ, ਤੇ ਤੁਸੀਂ ਸਾਡੇ ਲਈ ਸਮਾਂ ਕੱਢਿਆ, ਬਹੁਤ ਬਹੁਤ ਧੰਨਵਾਦ ਤੁਹਾਡਾ। ਥੈਂਕ ਯੂ ਸੋ ਮਚ। ਸਾਂਝ ਆਪਣਾ ਚੈਨਲ ਨੂੰ ਇਦਾਂ ਹੀ ਦੇਖਦੇ ਰਹੋ, ਆਪਣਾ ਪਿਆਰ ਲੁਟਾਉਂਦੇ ਰਹੋ, ਇਹਨਾਂ ਦੇ ਆਰਟਿਸਟਾਂ ਨੂੰ ਵੀ ਭਰਪੂਰ ਪਿਆਰ ਦਿਓ, ਸਿਰਫ ਪਿਆਰ ਫੈਲਾਓ, ਨਫ਼ਰਤ ਨਹੀਂ ਕਰਨੀ। ਔਰ ਸਤਿ ਸ਼੍ਰੀ ਅਕਾਲ।